ਸ੍ਰੀ ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ, ਵਾਹਿਗੁਰੂ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਦੀਨ ਦੁਨੀਆ ਦੇ ਮਾਲਕ ਹਜ਼ੂਰ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਿਵਾਜੀ ਸੰਗਤ ਜੀ ਸਾਡੇ ਸਾਰਿਆਂ ਦੀ ਚੰਗੀ ਕਿਸਮਤ ਚੰਗੇ ਭਾਗ ਆਪਾਂ ਗੁਰੂ ਜੀ ਦੇ ਸੋਹਣੇ ਦਰਸ਼ਨ ਕਰ ਰਹੇ ਹਾਂ ਗੁਰੂ ਜੀ ਦੇ ਚਰਨਾਂ ਦੇ ਵਿੱਚ ਬੈਠੇ ਹੋਏ ਹਾਂ ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ ਕੁਝ ਸਮਾਂ ਗੁਰੂ ਘਰ ਦਾ ਲੜੀਵਾਰ ਇਤਿਹਾਸ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕਥਾ ਆਪਾਂ ਸਰਵਣ ਕਰ ਰਹੇ ਹਾਂ ਉਹ ਆਪਾਂ ਸਰਵਣ ਕਰਨੀ ਹੈ ਸਭ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਰਵਣ ਕੀਤਾ ਹਜ਼ੂਰ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸੁਭਾਏਮਾਨ ਹਨ ਲਾਗੇ ਲਾਗੇ ਨਗਰਾਂ ਦੇ ਵਿੱਚ ਮਹਾਰਾਜ ਵਿਚਰਦੇ ਹੈ ਜਿਵੇਂ ਤਰਨ ਤਾਰਨ ਮਹਾਰਾਜ ਜੀ ਨੇ ਵਸਾਇਆ ਹੈ ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਲਾ ਨਗਰ ਵਸਾਇਆ ਲਾਗੇ ਲਾਗੇ ਸਰਹਾਲੀ ਦੇ ਇਲਾਕੇ ਵਿੱਚ ਬਹੁਤ ਥਾਵਾਂ 'ਤੇ ਮਹਾਰਾਜ ਨੇ ਚਰਨ ਪਾਏ ਇਹਨਾਂ ਸਮਿਆਂ ਦੇ ਦੌਰਾਨ ਸੱਚੇ ਪਾਤਸ਼ਾਹ ਜੀ ਕੋਲ ਬੜੇ ਹੀ ਸਿੱਖ ਆਏ ਗੁਰਸਿੱਖਾਂ ਨੇ ਆਪਣੇ ਆਪਣੇ ਮਨ ਦੀਆਂ ਗੱਲਾਂ ਮਹਾਰਾਜ ਜੀ ਨੂੰ ਦੱਸੀਆਂ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਨਾਮ ਦੇ ਨਾਲ ਜੋੜਿਆ ਜੀ ਨਾਮ ਦੀ ਕਣੀ ਉਹਨਾਂ ਨੂੰ ਬਖਸ਼ਿਸ਼ ਕਰਕੇ ਨਿਹਾਲ ਕਰ ਦਿੱਤਾ ਉਹ ਰੱਬ ਦੇ ਪਿਆਰੇ ਗੁਰਸਿੱਖ ਆਪ ਤੇ ਤਰੇ ਹੀ ਤਰੇ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਉਹ ਵੀ ਤਰ ਗਏ ਜੀ ਉਹਨਾਂ ਸਿੱਖਾਂ ਦੇ ਪਰਿਵਾਰ ਤਰ ਗਏ ਜੀ ਬੱਚੇ ਰਿਸ਼ਤੇਦਾਰ ਸਭ ਤਰ ਗਏ ਜੀ ਇੰਨੇ ਮਹਾਨ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਇਆ ਦੀ ਦ੍ਰਿਸ਼ਟੀ ਕਰਕੇ ਮਿਹਰ ਦੀ ਦ੍ਰਿਸ਼ਟੀ ਕਰਕੇ ਬਣਾਏ ਜੀ ਤੁਸੀਂ ਸੁਣਿਆ ਮਹਾਰਾਜ ਜੀ ਦੇ ਕੋਲ ਦੋ ਗੁਰੂ ਦੇ ਪਿਆਰੇ ਆਏ ਜਿਨ੍ਹਾਂ ਦੇ ਨਾਮ ਹੈ ਭਾਈ ਨੰਦਾ ਵਿਠੜ ਜੀ ਅਤੇ ਸਵਾਮੀ ਦਾਸ ਜੀ ਇਹਨਾਂ ਦੀ ਇਹ ਸਿਫਤ ਹੈ ਦੁਕਾਨਦਾਰੀ ਕਰਦੇ ਨੇ ਮੁੱਲ ਇੱਕ ਰੱਖਦੇ ਆ ਜੀ ਜ਼ੁਬਾਨ ਇੱਕ ਰੱਖਦੇ ਆ ਹੇਰਾ ਫੇਰੀ ਨਹੀਂ ਕਰਦੇ ਜੀ ਜਦੋਂ ਮਹਾਰਾਜ ਜੀ ਦੇ ਪਾਸ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪਹੁੰਚੇ ਗੁਰੂ ਕੇ ਸਿੱਖ ਮਹਾਰਾਜ ਜੀ ਨੂੰ ਬੜੀ ਖੁਸ਼ੀ ਦੇ ਨਾਲ ਦੱਸਣ ਲੱਗੇ ਸੱਚੇ ਪਾਤਸ਼ਾਹ
ਭਾਈ ਨੰਦਾ ਵਿਠੜ ਜੀ ਤੇ ਸੁਆਮੀ ਦਾਸ ਜੀ ਇੱਕ ਜ਼ੁਬਾਨ ਦੇ ਨੇ, ਹੇਰਾ ਫੇਰੀ ਨਹੀਂ ਕਰਦੇ ਮਹਾਰਾਜ। ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਜੀ। ਚੇਤਾ ਰੱਖਿਓ, ਗੁਣ ਬਹੁਤ ਨੇ ਗੁਰਸਿੱਖਾਂ ਦੇ ਵਿੱਚ ਜੀ। ਤੁਸੀਂ ਵੇਖੋ ਉਸ ਸਮੇਂ ਜਿਹੜੇ ਸਿੱਖ ਨੇ ਉਹਨਾਂ ਦਾ ਇਹ ਸੁਭਾਅ ਹੈ, ਉਹ ਗੁਣ ਵੇਖਦੇ ਆ ਜੀ। ਅੱਜ ਅਸੀਂ ਔਗੁਣ ਇੱਕ ਅੱਧਾ ਹੋਵੇ ਉਹਨੂੰ ਜ਼ਿਆਦਾ ਉਛਾਲਦੇ ਆ, ਗੁਣਾਂ ਨੂੰ ਘੱਟ ਵੇਖਦੇ ਆ ਜੀ। ਭਾਈ ਸਾਹਿਬ ਭਾਈ ਨੰਦਾ ਵਿਠੜ ਜੀ ਤੇ ਸੁਆਮੀ ਦਾਸ ਜੀ ਉੱਤੇ ਗੁਰੂ ਜੀ ਖੁਸ਼ ਹੋਏ। ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ ਕਰੀ ਚੱਲੋ, ਤੁਹਾਡਾ ਉਧਾਰ ਹੋ ਜਾਏਗਾ, ਤੁਹਾਡਾ ਭਲਾ ਹੋ ਜਾਏਗਾ। ਉਹਨਾਂ ਫਿਰ ਇਸੇ ਤਰ੍ਹਾਂ ਕੀਤਾ। ਭਾਈ ਇਹਦੇ ਤੋਂ ਬਾਅਦ ਤੁਸੀਂ ਸੁਣਿਆ ਭਾਈ ਗੋਪੀ ਮਹਿਤਾ ਜੀ, ਨੱਥਾ ਜੀ, ਭਾਈ ਭਾਊ ਮੋਕਲ ਜੀ, ਫਿਰ ਭਾਈ ਢਿੰਡੀ ਮੰਡਲ ਜੀ, ਇਹ ਸਾਰੇ ਮਹਾਰਾਜ ਜੀ ਦੇ ਕੋਲ ਆਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗੇ, ਮਹਾਰਾਜ ਤੁਹਾਡੀ ਬਾਣੀ ਪੜ੍ਹ ਕੇ ਤੇ ਬੜੀ ਸ਼ਾਂਤੀ ਮਿਲਦੀ ਹੈ, ਹੋਰ ਬਾਣੀ ਪੜ੍ਹ ਕੇ ਸ਼ਾਂਤੀ ਨਹੀਂ ਮਿਲਦੀ। ਮਹਾਰਾਜ ਕਹਿਣ ਲੱਗੇ, ਸਿੱਖੋ ਬਾਣੀ ਸਾਡੀ ਨਹੀਂ, ਕਰਤੇ ਪੁਰਖ ਦੀ ਹੈ, ਅਕਾਲ ਪੁਰਖ ਦੀ ਹੈ। ਇਸ ਬਾਣੀ ਦੇ ਵਿੱਚ ਸ਼ਕਤੀ ਹੈ, ਜਿਹੜਾ ਅਭਿਆਸ ਕਰੇਗਾ ਉਹਨੂੰ ਬਹੁਤ ਕੁਝ ਪ੍ਰਾਪਤ ਹੋਏਗਾ, ਬਹੁਤ ਕੁਝ ਮਿਲੇਗਾ। ਇਹ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਬਚਨ ਕੀਤੇ। ਹੁਣ ਸੰਗਤ ਜੀ ਆਪਾਂ ਅੱਗੇ ਕਥਾ ਜਿਹੜੀ ਹੈ ਉਹ ਸਰਵਣ ਕਰਨੀ ਹੈ। ਸਭ ਸੰਗਤ ਪ੍ਰੇਮ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਚੌਪਈ ਇੱਕ ਗੜੀਅਲ ਅਰ ਮਥਰਾ ਦਾਸ। ਦੋ ਗੁਰੂ ਕੇ ਸਿੱਖ ਨੇ ਜੀ। ਇੱਕ ਦਾ ਨਾਮ ਹੈ ਭਾਈ ਗੜੀਅਲ ਜੀ, ਇੱਕ ਭਾਈ ਗੜੀਆ ਜੀ ਹੋਏ ਆ, ਉਹ ਵੱਖਰੇ ਆ। ਇਹ ਨੇ ਭਾਈ ਗੜੀਅਲ ਜੀ ਤੇ ਦੂਸਰੇ ਨੇ ਭਾਈ ਮਥੁਰਾ ਦਾਸ ਜੀ। ਹਾਂਜੀ। ਆਏ ਦਰਸ ਕੀਨੋ ਗੁਰ ਪਾਸ। ਅੰਮ੍ਰਿਤਸਰ ਜੀ ਦੀ ਧਰਤੀ ਤੇ ਆਏ। ਆਪ ਰੱਬ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੋਹਣੇ ਦਰਸ਼ਨ ਕੀਤੇ। ਢੋਵਹਿ ਪੋਟ ਕਿਰਤ ਇਹ ਧਰੈ। ਤੇ ਸੰਗਤ ਜੀ ਇਹ ਕਾਰੋਬਾਰ ਕੀ ਕਰਦੇ ਆ, ਕਿਰਤ ਕੀ ਕਰਦੇ ਆ? ਭਾਰ ਢਾਉਂਦੇ, ਭਾਰ ਜੀ। ਹਾਂਜੀ, ਕੁਲੀ ਜਿਵੇਂ ਹੁੰਦੇ ਆ ਜੀ। ਕਿਸੇ ਨੇ ਕਿਸੇ ਥਾਂ ਤੇ ਜਾਣਾ, ਇਹਨਾਂ ਨੇ ਭਾਰ ਢਾਉਣਾ ਜੀ, ਭਾਰ ਜੀ। ਇਹਨਾਂ ਦੀ ਇਹ ਕਿਰਤ ਹੈਗੀ ਆ ਜੀ। ਹਾਂਜੀ। ਗੁਰ ਸਿੱਖੀ ਕੋ ਧਾਰਨ ਕਰੈ। ਤੇ ਪਰ ਨਾਲ ਦੀ ਨਾਲ ਗੁਰਸਿੱਖੀ ਧਾਰਨ ਕੀਤੀ ਹੋਈ ਜੀ। ਗੁਰੂ ਜੀ ਦੇ ਸਿੱਖ ਨੇ, ਕੰਮ ਭਾਰ ਢਾਉਣ ਦਾ ਕਰਦੇ ਆ, ਹੈ ਗੁਰੂ ਜੀ ਦੇ ਸਿੱਖ ਜੀ ਗਏ। ਹਾਂਜੀ। ਸੁਤ ਬਨਤਾ ਜੁਤ ਸਿੱਖਨ ਸੇਵੈ। ਇਹਨਾਂ ਦਾ ਅਸਰ ਇਹਨਾਂ ਦੇ ਪਰਿਵਾਰ ਵਿੱਚ ਵੀ ਪਿਆ ਜੀ। ਚੇਤਾ ਰੱਖਿਓ, ਅਸਰ ਤੇ ਪਏਗਾ ਜੀ, ਪਰਿਵਾਰ ਤੇ ਅਸਰ ਪਏਗਾ। ਗੁਰਸਿੱਖ ਰੰਗਿਆ ਹੋਵੇ ਜੀ। ਹੋਰ ਨਹੀਂ, ਜੇ ਮੰਨ ਲਓ ਪਰਿਵਾਰ ਨਾਮ ਨਹੀਂ ਨਾ ਜਪਦਾ ਜੀ, ਤੇ ਘੱਟੋ ਘੱਟ ਨਹੀਂ ਪਰਿਵਾਰ ਆਪਣੇ ਘਰ ਦੇ ਜੀ ਨੂੰ ਨਾਮ ਜਪਦਾ ਵੇਖ ਕੇ ਉਹਦਾ ਸਤਿਕਾਰ ਕਰਨ ਲੱਗ ਪਏਗਾ ਜੀ, ਉਹਦੀ ਇੱਜ਼ਤ ਕਰਨ ਲੱਗ ਪਏਗਾ ਜੀ। ਇਹਨਾਂ ਦਾ ਪ੍ਰਭਾਵ ਪਿਆ ਜੀ ਦੋਵਾਂ ਦਾ ਜੀ। ਇਹਨਾਂ ਦਾ ਪਰਿਵਾਰ ਵੀ ਇਹਨਾਂ ਨਾਲ ਰਲ ਕੇ ਸਿੱਖਾਂ ਦੀ ਸੇਵਾ ਕਰਦਾ ਜੀ। ਹਾਂਜੀ। ਜਥਾ ਸ਼ਕਤ ਭੋਜਨ ਪਟ ਦੇਵੈ। ਆਪਣੀ ਸਮਰੱਥਾ ਅਨੁਸਾਰ ਭਾਰ ਢੋ ਕੇ ਕਿੰਨੇ ਕੁ ਪੈਸੇ ਮਿਲ ਜਾਣੇ ਜੀ। ਫਿਰ ਵੀ ਬਹੁਤੇ ਪੈਸੇ ਤੇ ਨਹੀਂ ਹੈਗੇ ਜੀ ਕੋਲ, ਫਿਰ ਵੀ ਇਹ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਂਦੇ, ਕੱਪੜੇ ਦਿੰਦੇ ਜੀ ਦਾਨ ਵਿੱਚ। ਹਾਂਜੀ। ਨਿਤ ਕੁਟੰਬ ਸੋ ਕਹਿਓ ਬਨਾਈ। ਤੇ ਆਪਣੇ ਘਰ ਵਾਲਿਆਂ ਨੂੰ ਵੀ ਇਹ ਗੱਲ ਇਹਨਾਂ ਨੇ ਆਖੀ ਹੈ ਕਿ ਭਾਈ ਜੇ ਅਸੀਂ ਭਾਰ ਢੋਣ ਗਏ ਹੋਈਏ, ਕਿਤੇ ਦੂਰ ਗਏ ਹੋਈਏ, ਹਾਂਜੀ, ਹਮ ਪੀਛੇ ਜੇ ਕੋ ਸਿੱਖ ਆਈ। ਤੇ ਸਾਡੇ ਪਿੱਛੋਂ ਸਾਡੇ ਗੁਰੂ ਦਾ ਕੋਈ ਪਿਆਰਾ ਸਿੱਖ ਆ ਜਾਵੇ, ਕੋਈ ਰੱਬ ਦਾ ਨਾਮ ਲੈਣ ਵਾਲਾ ਘਰ ਵਿੱਚ ਆ ਜਾਵੇ, ਹਾਂਜੀ,
ਜਿਮ ਹਮ ਸੇਵੈ ਤਿਮ ਤੁਮ ਸੇਵੋ। ਤੇ ਜਿਵੇਂ ਅਸੀਂ ਉਹਨਾਂ ਦੀ ਸੇਵਾ ਕਰਦੇ ਹਾਂ, ਉਵੇਂ ਤੁਸੀਂ ਉਹਨਾਂ ਦੀ ਸੇਵਾ ਕਰਨੀ। ਗੱਜ ਕੇ ਆਖੋ ਵਾਹਿਗੁਰੂ। ਸਿੱਖ ਐਵੇਂ ਨਾ ਕਿਤੇ ਚਲੇ ਜਾਵੇ, ਸਿੱਖ ਬਿਨਾਂ ਸੇਵਾ ਤੋਂ ਨਾ ਘਰੋਂ ਚਲੇ ਜਾਵੇ। ਪ੍ਰਣ ਕਰੋ ਸੰਗਤ ਜੀ, ਇਹ ਕਥਾ ਸੁਣ ਕੇ ਸਿੱਖਿਆ ਪ੍ਰਾਪਤ ਕਰਿਆ ਕਰੋ। ਗੁਰੂ ਦੇ ਸਿੱਖ ਘਰ ਵਿੱਚ ਆਉਣ, ਉਹਨਾਂ ਦੀ ਸੇਵਾ ਕੀਤੀ ਜਾਵੇ ਜੀ। ਹਾਂਜੀ। ਭੋਜਨ ਬਸਨ ਦੇਖ ਕਰ ਦੇਵੋਂ। ਗੱਜ ਕੇ ਆਖੋ ਵਾਹਿਗੁਰੂ। ਭੋਜਨ ਬਸਤਰ ਦੇਖ ਕਰ ਦੇਵੋਂ। ਕਹਿਣ ਲੱਗੇ ਭਾਈ ਗੁਰਸਿੱਖਾਂ ਨੂੰ ਭੋਜਨ ਦਿਆ ਕਰੋ, ਕੱਪੜੇ ਦਿਆ ਕਰੋ। ਸਾਡੇ ਜਾਣ ਪਿੱਛੋਂ ਵੀ, ਕੰਮ ਤੇ ਜਾਣ ਪਿੱਛੋਂ ਵੀ ਕੋਈ ਸਿੱਖ ਆਵੇ, ਭੋਜਨ ਦਿਓ, ਕੱਪੜੇ ਦਿਓ। ਤੁਸੀਂ ਕੱਲ ਕਬੀਰ ਜੀ ਦੀ ਸਾਖੀ ਸੁਣੀ ਜੀ। ਹਾਂਜੀ, ਭੋਜਨ ਤੇ ਕੱਪੜੇ ਕਿਵੇਂ ਉਹਨਾਂ ਨੇ ਵੰਡੇ ਜੀ। ਹਾਂਜੀ। ਤਬ ਸਿੱਖ ਨਿਗਨ ਗੁਰ ਕੇ ਪਾਸ। ਤੇ ਉਹ ਫਿਰ ਤਬ ਸਿੱਖਨ ਗਨ ਗੁਰ ਕੇ ਪਾਸ। ਜਦੋਂ ਆਏ ਨਾ ਦੋਵੇਂ ਸਿੱਖ ਭਾਈ ਗੜੀਅਲ ਜੀ ਤੇ ਮਥਰਾ ਜੀ ਮਹਾਰਾਜ ਦੇ ਦਰਸ਼ਨ ਕਰਨ, ਤੇ ਗੁਰੂ ਅਰਜਨ ਦੇਵ ਜੀ ਕੋ ਸਿੱਖ ਬੈਠੇ ਹੋਏ ਸੀਗੇ ਜੀ। ਸਿੱਖ ਜਾਣਦੇ ਹੀ ਵੀ ਇਹ ਦੋਵੇਂ ਬੜੇ ਨੇਕ ਨੇ ਜੀ। ਹਾਂਜੀ। ਦੋਨੋਂ ਕੋ ਕੀ ਸੁਜਸ ਪ੍ਰਕਾਸ਼। ਗੱਜ ਕੇ ਆਖੋ ਵਾਹਿਗੁਰੂ। ਤੇ ਗੁਰਸਿੱਖਾਂ ਨੇ ਦੋਵਾਂ ਸਿੱਖਾਂ ਦੀ ਬੜੀ ਤਾਰੀਫ ਕੀਤੀ। ਕਹਿੰਦੇ ਮਹਾਰਾਜ ਇਹ ਬੜੇ ਵਧੀਆ ਸਿੱਖ ਹੈਗੇ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਬਹੁਤ ਵਧੀਆ ਸਿੱਖ ਨੇ, ਆਇਆਂ ਗਇਆਂ ਦੀ ਸੇਵਾ ਕਰਦੇ ਆ। ਮਹਾਰਾਜ ਤੁਹਾਡੇ ਸਿੱਖ ਨੇ ਬਹੁਤ ਵਧੀਆ ਬੰਦੇ। ਚੇਤਾ ਰੱਖਿਓ, ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਲੋਕੀ ਤੇ ਆਪੇ ਹੀ ਬੰਦੇ ਦੀ ਉਸਤਤ ਕਰਨ ਲੱਗ ਪੈਂਦੇ ਜੀ। ਹਾਂਜੀ। ਸੇਵਾ ਕੇ ਰੰਗ ਮਹਿ ਇਹ ਰਾਤੇ। ਮਹਾਰਾਜ ਸੱਚੇ ਪਾਤਸ਼ਾਹ ਇਹ ਤੇ ਸੇਵਾ ਦੇ ਰੰਗ 'ਚ ਰੰਗੇ ਹੀ ਰਹਿੰਦੇ ਹੈ, ਸੇਵਾ ਕਰਦੇ ਹੀ ਰਹਿੰਦੇ। ਮੈਂ ਕਰਦਾ ਰਹਿਣਾ ਦਰਸ਼ਨ। ਕਈ ਗੁਰੂ ਦੇ ਪਿਆਰੇ ਐਸੇ ਸਿੱਖ ਨੇ ਜਿਹੜੇ ਸੇਵਾ ਦੇ ਰੰਗ 'ਚ ਰੰਗੇ ਰਹਿੰਦੇ ਜੀ। ਹਾਂਜੀ। ਉਹ ਇੱਥੇ ਵੀ ਭਾਂਡੇ ਮਾਂਜਦੇ ਹੁੰਦੇ, ਉਹ ਦਰਬਾਰ ਸਾਹਿਬ ਵੀ ਭਾਂਡੇ ਮਾਂਜ ਰਹੇ ਹੁੰਦੇ ਜੀ। ਤੇ ਜੇ ਕਿਸੇ ਹੋਰ ਸਥਾਨ ਤੇ ਵੇਖੀਏ ਤੇ ਉੱਥੇ ਵੀ ਭਾਂਡੇ ਹੀ ਮਾਂਜ ਰਹੇ ਹੁੰਦੇ ਜੀ। ਸੇਵਾ ਦੇ ਰੰਗ 'ਚ ਰੰਗੇ ਰਹਿਣ ਵਾਲੇ ਗੁਰੂ ਦੇ ਸਿੱਖ ਜੀ। ਕਈ ਨਾਮ ਦੇ ਰੰਗ 'ਚ ਰੰਗਿਆਂ ਦੇ ਦਰਸ਼ਨ ਹੋ ਜਾਂਦੇ ਜੀ। ਹਾਂਜੀ। ਉਹਨਾਂ ਨੂੰ ਮੁੱਖ ਗੱਲ ਹੁੰਦੀ ਵੀ ਸਾਡੇ ਨਾਮ ਜਪਣ ਦਾ ਸਮਾਂ ਨਾ ਕਿਤੇ ਇੱਧਰ ਉੱਧਰ ਹੋ ਜਾਵੇ ਜੀ। ਨਾਮ ਦੇ ਰੰਗ 'ਚ ਰੰਗੇ ਸਿੱਖ। ਕਹਿੰਦੇ ਮਹਾਰਾਜ ਇਹ ਸੇਵਾ ਦੇ ਰੰਗ 'ਚ ਰੰਗੇ ਹੀ ਰਹਿੰਦੇ ਨੇ। ਹਾਂਜੀ। ਤੁਮ ਸਮ ਲਖੈ ਜੋ ਸਿੱਖ ਘਰ ਜਾਤੇ। ਤੇ ਜਿਹੜਾ ਇਹਨਾਂ ਦੇ ਘਰ ਚਲੇ ਜਾਵੇ ਨਾ, ਮਹਾਰਾਜ ਉਹਨੂੰ ਤੁਹਾਡਾ ਹੀ ਰੂਪ ਸਮਝਦੇ ਜੇ। ਸਿੱਖ ਨਹੀਂ ਆਇਆ ਸਾਡੇ ਘਰ, ਸਾਡੇ ਘਰ ਗੁਰੂ ਸਾਹਿਬ ਹੀ ਆ ਗਏ ਨੇ। ਗੁਰੂ ਅਰਜਨ ਦੇਵ ਮਹਾਰਾਜ ਹੀ ਆ ਗਏ ਆ। ਮਹਾਰਾਜ ਉਹਨੂੰ ਤੁਹਾਡਾ ਰੂਪ ਸਮਝਦੇ ਆ। ਹਾਂਜੀ। ਸੁਨ ਬਹੁ ਖੁਸ਼ੀ ਕੀਨ ਤਿਸ ਕਾਲ। ਆਖੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਚੇਤਾ ਰੱਖਿਓ, ਚੰਗਿਆਈ ਦੀ ਗੱਲ ਸੁਣ ਕੇ ਤੇ ਸੁਣਨ ਵਾਲੇ ਨੂੰ ਖੁਸ਼ੀ ਹੋਏਗੀ ਜੀ, ਖੁਸ਼ੀ ਹੋਏਗੀ। ਤੇ ਗੁਰੂ ਅਰਜਨ ਦੇਵ ਮਹਾਰਾਜ ਖੁਸ਼ ਹੋਏ ਜੀ ਫਿਰ ਉਹਨਾਂ ਤੇ ਜੀ। ਹਾਂਜੀ। ਜਨਮ ਮਰਨ ਤਜ ਭਏ ਨਿਹਾਲ। ਮਹਾਰਾਜ ਫਿਰ ਬੜੇ ਖੁਸ਼ ਹੋਏ। ਮਹਾਰਾਜ ਕਹਿੰਦੇ ਲੱਗੇ ਰਹੋ, ਗੁਰੂ ਦੇ ਪਿਆਰਿਆਂ ਦੀ ਸੇਵਾ ਕਰੋ। ਤੁਹਾਨੂੰ ਪੱਕਾ ਬਚਨ ਕਰਦੇ ਆ, ਇਸ ਜਨਮ ਤੋਂ ਬਾਅਦ ਨਾ ਜਨਮ ਹੀ ਹੋਏਗਾ ਨਾ ਮਰਨ ਹੀ ਹੋਏਗਾ। ਕਹਿਣ ਲੱਗੇ ਤੁਹਾਡਾ ਜਨਮ ਮਰਨ ਦਾ ਚੱਕਰ ਖਤਮ ਕੀਤਾ। ਮਹਾਰਾਜ ਕਹਿਣ ਲੱਗੇ ਗੁਰੂ ਦੇ ਹੱਥ 'ਚ ਹੈ ਨਾ ਸਾਰਾ ਕੁਝ ਜੀ। ਹਾਂਜੀ। ਸਕਲ ਸ਼ਕਤ ਜੁਤ ਤਤ ਛਿਨ ਭਏ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਦੀ ਫਿਰ ਕੀ ਸੀਗਾ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਭਾਈ ਗੜੀਆ ਜੀ ਤੇ ਭਾਈ ਮਥਰਾ ਦਾਸ ਜੀ ਦੇ ਵਿੱਚ ਸਾਰੀਆਂ ਹੀ ਸ਼ਕਤੀਆਂ ਆ ਗਈਆਂ ਜੀ। ਸਾਰੀਆਂ ਹੀ ਸ਼ਕਤੀਆਂ ਆ ਗਈਆਂ। 18 ਸਿੱਧੀਆਂ ਹੁੰਦੀਆਂ ਜੀ। 18 ਸਿੱਧੀਆਂ। ਛੋਟਾ ਹੋ ਜਾਣਾ, ਵੱਡੇ ਹੋ ਜਾਣਾ, ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਵਸਤੂ ਪ੍ਰਗਟ ਕਰ ਦੇਣੀ ਜੀ। ਇਹੋ ਜਿਹੀਆਂ ਸ਼ਕਤੀਆਂ ਸਾਰੀਆਂ ਹੀ ਗੁਰੂ ਜੀ ਦੇ ਬਚਨਾਂ ਦੇ ਨਾਲ ਉਹਨਾਂ ਦੋਵਾਂ ਕੋ ਆ ਗਈਆਂ ਜੀ। ਹੁਣ ਤੁਸੀਂ ਅੰਦਾਜ਼ਾ ਲਾਓ, ਜੇ ਮਹਾਰਾਜ ਸਿੱਖਾਂ ਨੂੰ ਸਾਰੀਆਂ ਹੀ ਸ਼ਕਤੀਆਂ ਦੇਂਦੇ ਆ ਤੇ ਗੁਰੂ ਸਾਹਿਬ ਆਪ ਕਿੰਨੇ ਵੱਡੇ ਹੋਣਗੇ ਜੀ। ਹਾਂਜੀ। ਅੰਤ ਪਰਮ ਪਦ ਸੋ ਮਿਲ ਗਏ। ਤੁਰੰਤ ਸਾਰੀਆਂ ਸ਼ਕਤੀਆਂ ਉਹਨਾਂ ਦੇ ਕੋਲ ਆ ਗਈਆਂ ਤੇ ਅੰਤਮ ਸਮੇਂ ਜਨਮ ਮਰਨ ਸਵਾਰ ਕੇ ਸੱਚਖੰਡ ਵਿੱਚ ਗਏ ਜੀ ਉਹ ਜੀ। ਹਾਂਜੀ। ਤੇ ਕੋਈ ਵੱਡਾ ਕਾਰਜ ਨਹੀਂ ਕੀਤਾ ਜੀ ਉਹਨਾਂ ਨੇ।
ਵੇਖੋ ਨਾ ਜੀ, ਲੋਕਾਂ ਦਾ ਭਾਰ ਢੋਣ ਵਾਲੇ ਜੀ, ਭਾਰ ਹੀ ਢੋਂਦੇ ਸੀ ਨਾ ਜੀ ਉਹ। ਲੋਕਾਂ ਦਾ ਭਾਰ ਢੋਣਾ, ਕਿਸੇ ਨੇ ਜਾਣਾ ਵਾਂਢੇ, ਉਹਦੇ ਨਾਲ ਸਮਾਨ ਚੁੱਕ ਕੇ ਛੱਡ ਕੇ ਆਉਣਾ ਜੀ। ਗਰੀਬੀ ਦਾਵਾ ਜੀ, ਗਰੀਬੀ ਦਾਵਾ। ਤੇ ਗਰੀਬੀ ਦਾਵੇ ਵਿੱਚ ਇੱਕ ਕੰਮ ਮੁੱਖ ਰੱਖਿਆ ਵੀ ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਸੇਵਾ ਕਰਨੀ ਹੈ। ਤੇ ਸੰਗਤ ਜੀ ਫਿਰ ਕਿੰਨੇ ਨਿਹਾਲ ਹੋਏ ਜੀ ਉਹ ਜੀ। ਤੁਸੀਂ ਕਥਾ ਸੁਣੀ ਸੀਗੀ, ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਦੱਸਿਆ ਸੀਗਾ। ਉਹ ਮਹਾਰਾਜ ਨੇ ਕਥਾ ਸੁਣਾਈ ਸੀ ਨਾ, ਇੱਕ ਬੰਦਾ ਹੰਸਾਂ ਦੀ ਸੇਵਾ ਕਰਦਾ ਸੀਗਾ ਜੀ। ਹਾਂਜੀ, ਪਹਿਲਾਂ ਉਹ ਪਕਸ਼ੀਆਂ ਦੀ ਸੇਵਾ ਕਰਦਾ ਸੀਗਾ ਜੀ। ਤੇ ਪਕਸ਼ੀਆਂ ਦੀ ਸੇਵਾ ਕਰਨੀ, ਪਾਣੀ ਪਿਆਉਣਾ ਜੀ ਉਹਨਾਂ ਲਈ, ਪਾਣੀ ਭਰ ਕੇ ਰੱਖਣਾ ਜੀ ਉਹਨੇ ਜੀ। ਜਿਵੇਂ ਹੁਣ ਗਰਮੀਆਂ ਨੇ ਤੇ ਦਾਣਾ ਰੱਖਣਾ ਜੀ। ਗੱਲ ਹੰਸਾਂ ਕੋ ਪਹੁੰਚ ਗਈ ਜੀ। ਜਦੋਂ ਹੰਸਾਂ ਕੋ ਗੱਲ ਪਹੁੰਚੀ, ਹੰਸ ਆਏ ਜੀ। ਇਹ ਕਥਾ ਗੁਰੂ ਰਾਮਦਾਸ ਜੀ ਸੁਣਾਉਂਦੇ। ਹੰਸ ਆਏ, ਉਹਨਾਂ ਵੇਖਿਆ ਇਹ ਬੰਦਾ ਗਰੀਬ ਹੈਗਾ ਤੇ ਸੇਵਾ ਬੜੀ ਕਰਦਾ। ਉਸ ਬੰਦੇ ਨੇ ਵੇਖਿਆ ਵੀ ਮੇਰੇ ਘਰ ਹੰਸ ਆਏ ਤੇ ਖਾ ਕੁਝ ਨਹੀਂ ਰਹੇ ਛੱਤ ਤੇ। ਉਹਨੇ ਕਿਸੇ ਨਾਲ ਗੱਲ ਕੀਤੀ ਜੀ, ਦੱਸਿਆ ਵੀ ਉਹਦੇ ਮੋਤੀ ਖਾਂਦੇ ਆ। ਮਹਿੰਗੇ ਭਾਅ ਦੇ ਮੋਤੀ ਲਿਆ ਕੇ ਉਹਨਾਂ ਹੰਸਾਂ ਅੱਗੇ ਰੱਖੇ ਜੀ। ਹੰਸਾਂ ਨੇ ਛਕੇ ਜੀ, ਮੋਤੀ ਛਕੇ ਜੀ। ਤੇ ਜਦੋਂ ਮੋਤੀ ਛਕੇ ਤੇ ਉਲਟੀ ਕੀਤੀ ਜੀ ਹੰਸਾਂ ਨੇ ਜੀ। ਤੇ 2 ਲਾਲ ਉਹਦੀ ਛੱਤ ਤੇ ਰੱਖ ਗਏ ਜੀ। ਹਾਂਜੀ, 2 ਲਾਲਾਂ ਨਾਲ ਉਹ ਬੜਾ ਅਮੀਰ ਹੋ ਗਿਆ ਜੀ। ਲਾਲ ਬਹੁਤ ਕੀਮਤੀ ਹੁੰਦੇ ਜੀ। ਜਦੋਂ 2 ਲਾਲਾਂ ਨਾਲ ਅਮੀਰ ਹੋਇਆ ਤੇ ਸੰਗਤ ਜੀ, ਲੋਕ ਦੂਰ ਦੂਰ ਤੱਕ ਉਹਦੀਆਂ ਸਿਫਤਾਂ ਕਰਨ ਲੱਗ ਪਏ। ਉਹਨੇ ਪੰਛੀਆਂ ਦੀ ਸੇਵਾ ਉਸੇ ਤਰ੍ਹਾਂ ਹੀ ਕਰਨੀ ਜੀ। ਤੇ ਗੁਰੂ ਰਾਮਦਾਸ ਜੀ ਨੇ ਕਥਾ ਸੁਣਾਈ, ਉਹ ਭਾਈ ਜੇ ਪੰਛੀਆਂ ਦੀ ਸੇਵਾ ਕਰਕੇ ਬੰਦੇ ਦੀ ਗਰੀਬੀ ਕੱਟੀ ਜਾਂਦੀ ਤੇ ਗੁਰਸਿੱਖਾਂ ਦੀ ਸੇਵਾ ਕਰਕੇ ਕੀ ਨਹੀਂ ਹੋ ਸਕਦਾ। ਕਹਿਣ ਲੱਗੇ ਗੁਰਸਿੱਖਾਂ ਦੀ ਸੇਵਾ ਕਰਕੇ ਤੇ ਜਨਮ ਮਰਨ ਕੱਟਿਆ ਜਾ ਸਕਦਾ। ਗੱਜ ਕੇ ਆਖੋ ਵਾਹਿਗੁਰੂ। ਸੋ ਹੈ ਤਾਂ ਭਾਰ ਢਾਉਣ ਵਾਲੇ ਗਰੀਬ ਆਦਮੀ ਜੀ, ਪਰ ਗੁਰੂ ਜੀ ਨੇ ਮਿਹਰ ਕੀਤੀ, ਸ਼ਕਤੀਆਂ ਦੇ ਮਾਲਕ ਬਣੇ। ਤੇ ਸ਼ਕਤੀਆਂ ਦੇ ਮਾਲਕ ਹੋਣ ਦੇ ਨਾਲ ਨਾਲ ਜਨਮ ਮਰਨ ਕੱਟਿਆ ਗਿਆ ਜੀ ਉਹਨਾਂ ਦਾ ਜੀ। ਹਾਂਜੀ, ਗੰਗਾ ਸਹਿਗਲ ਜੋਧਾ ਮਹਾ। ਹਾਂ, ਇਹ 3 ਸਿੱਖ ਨੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। 2 ਸਿੱਖ ਨੇ, ਗੰਗਾ ਤੇ ਸਹਿਗਲ ਜੀ। ਜੋਧੇ ਨੇ, ਸੂਰਮੇ ਨੇ ਜੀ ਇਹ। ਹਾਂਜੀ, ਆਇਓ ਸ਼੍ਰੀ ਅਰਜਨ ਜੀ ਜਹਾਂ। ਜਿੱਥੇ ਸੱਚੇ ਪਾਤਸ਼ਾਹ ਆਪ ਰੱਬ ਪਰਮੇਸ਼ਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਹੋਏ ਨੇ, ਭਾਈ ਗੰਗਾ ਜੀ ਤੇ ਭਾਈ ਸਹਿਗਲ ਜੀ ਉੱਥੇ ਆਏ ਜੀ। ਤੁਸੀਂ ਵੇਖਦੇ ਹੋ ਕਈ ਬੰਦਿਆਂ ਦੇ ਮਗਰ ਸਹਿਗਲ ਲੱਗਦਾ ਜੀ। ਹਾਂਜੀ, ਬੰਦਨ ਕਰ ਬੈਠਿਓ ਜਬ ਪਾਸ। ਬੰਦਨ ਭੋਲਾ, ਬੰਦਨ ਕਰ ਬੈਠਿਓ ਜਬ ਪਾਸ। ਉਹਨਾਂ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਜੀ। ਮੱਥਾ ਟੇਕ ਕੇ ਮਹਾਰਾਜ ਜੀ ਦੇ ਕੋਲ ਬੈਠ ਗਏ ਜੀ। ਕੌਣ ਕੌਣ ਆਇਆ ਜੀ? ਭਾਈ ਗੰਗਾ ਜੀ ਤੇ ਸਹਿਗਲ ਜੀ। ਹਾਂਜੀ, ਸ਼੍ਰੀ ਮੁਖ ਤੇ ਤਬ ਕੀਨ ਪ੍ਰਕਾਸ਼। ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਬਹਿਣੀ ਖਲੋਣੀ ਚੰਗੀ ਹੈ, ਨੇਕ ਸੁਭਾਅ, ਚਿਹਰੇ ਤੇ ਸ਼ਾਂਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਪੁੱਛਣ ਲੱਗੇ, ਹਾਂਜੀ, ਤੁਮ ਮਲੇਸ਼ ਕੇ ਚਾਕਰ ਅਹੋ। ਪਰ ਉਹ ਹੁਣ ਹੈ ਤੇ ਯੋਧੇ ਆ ਨਾ, ਸੂਰਮੇ ਸ਼ਸਤਰਧਾਰੀ, ਤੇ ਨੌਕਰੀ ਕਰਦੇ ਆ ਮੁਗਲਾਂ ਦੀ। ਮਹਾਰਾਜ ਕਹਿੰਦੇ ਤੁਸੀਂ ਨੌਕਰ ਉਹਨਾਂ ਦੇ ਹੈਗੇ ਹੋ। ਹਾਂਜੀ, ਇਹ ਕੁਛ ਭਲੀ ਬਾਤ ਨਹਿ ਲਹੋ। ਮਹਾਰਾਜ ਕਹਿੰਦੇ ਇਹ ਤੇ ਇੰਨੀ ਚੰਗੀ ਗੱਲ ਨਹੀਂ ਹੈਗੀ ਉਹਨਾਂ ਦੇ ਨੌਕਰ ਬਣਨਾ। ਹਾਂਜੀ, ਜੇ ਤੁਮ ਕਹੋ ਜੀਵ ਕਾ ਨਾਹੀ। ਹਾਂਜੀ, ਰਹੀ ਹੈ ਸ਼੍ਰੀ ਹਰਿ ਗੋਬਿੰਦ ਪਾਹੀ। ਆਖੋ ਵਾਹਿਗੁਰੂ ਵਾਹਿਗੁਰੂ। ਪਰ ਹੁਣ ਉਹ ਯੋਧੇ ਆ ਜੀ, ਸ਼ਸਤਰਧਾਰੀ ਆ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਰੋਜੀ ਰੋਟੀ ਲਈ ਉਹਦੇ ਕੋਲੋਂ ਨਾ ਮੁਗਲਾਂ ਦੀ ਨੌਕਰੀ ਕਰਦੇ ਤੇ ਕਹਿੰਦੇ ਹਾਂ। ਮਹਾਰਾਜ ਕਹਿੰਦੇ ਸਾਡੇ ਪੁੱਤਰ ਨੇ ਫੌਜਾਂ ਸਾਜਣੀਆਂ, ਸਾਡੇ ਪੁੱਤਰ ਦੀ ਫੌਜ 'ਚ ਹੋ ਜਿਓ। ਕਹਿਣ ਲੱਗੇ ਹਰ ਗੋਬਿੰਦ ਜੀ ਦੀ ਫੌਜ ਵਿੱਚ ਹੋ ਜਿਓ। ਕਹਿਣ ਲੱਗੇ ਹੋਏ ਸਗਰੇ ਪਰਿਵਾਰ ਗੁਜ਼ਾਰਾ। ਮਹਾਰਾਜ ਕਹਿਣ ਲੱਗੇ ਤੁਹਾਡੇ ਸਾਰੇ ਪਰਿਵਾਰ ਦਾ ਗੁਜ਼ਾਰਾ ਬੜਾ ਵਧੀਆ ਹੋਏਗਾ, ਸਾਡੇ ਪੁੱਤਰ ਦੀ ਫੌਜ ਵਿੱਚ ਸ਼ਾਮਲ ਹੋ ਜਿਓ। ਕਹਿਣ ਲੱਗੇ ਵੇਖ ਲਓ, ਅਜੇ ਕੋਈ ਉਦੋਂ ਗੱਲ ਨਹੀਂ ਸੀਗੀ, ਮਹਾਰਾਜ ਨੇ ਪਹਿਲਾਂ ਹੀ ਕਹਿਤਾ ਇਹਨਾਂ ਫੌਜਾਂ ਸਾਜਣੀਆਂ ਨੇ ਜੀ। ਹਾਂਜੀ,
ਅਰ ਸਿਮਰਹੁ ਸਤਨਾਮ ਸੰਭਾਰਾ। ਨਾਲੇ ਮਹਾਰਾਜ ਕਹਿੰਦੇ ਨੌਕਰੀ ਕਰਿਓ, ਨਾਲੇ ਸੰਗਤ ਕਰਿਆ ਕਰਿਓ ਤੇ ਜਪਿਆ ਕਰਿਓ ਸਤਨਾਮ ਸ੍ਰੀ। ਮਹਾਰਾਜ ਕਹਿੰਦੇ ਨਾਲੇ ਨਾਮ ਜਪਿਆ ਕਰਿਓ। ਹਾਂਜੀ, ਦੁਨੀਆ ਕੇ ਕਾਰਜ ਹੁਏ ਪੂਰੇ। ਫਿਰ ਬੜੋ ਦੁਨੀਆ ਕੇ ਕਾਰਜ ਹੁਏ ਪੂਰੇ। ਮਹਾਰਾਜ ਕਹਿੰਦੇ ਵੇਖਿਓ ਤੁਹਾਡੇ ਦੁਨੀਆ ਦੇ ਸਾਰੇ ਕੰਮ ਹੀ ਪੂਰੇ ਹੋ ਜਾਣਗੇ। ਕਹਿਣ ਲੱਗੇ ਗੁਰੂ ਘਰ ਨੌਕਰੀ ਕਰਿਓ ਤੇ ਜਪਿਓ ਨਾਮ, ਤੁਹਾਡਾ ਕੋਈ ਕੰਮ ਅਧੂਰਾ ਨਹੀਂ ਰਹੇਗਾ। ਸੰਗਤ ਜੀ ਮੈਂ ਵੇਖਿਆ ਬੜੇ ਬੜੇ ਗਰੀਬ ਬੰਦੇ ਜੀ, ਹਾਂਜੀ, ਗੁਰੂ ਜੀ ਦੇ ਬਖਸ਼ੇ ਗੁਰਮੰਤਰ ਮੂਲ ਮੰਤਰ ਦਾ ਜਾਪ ਕੀਤਾ, ਬੜੇ ਬੜੇ ਅਮੀਰ ਹੋ ਗਏ ਜੀ। ਉਹ ਜੀ ਬੜੇ ਬੜੇ ਅਮੀਰ ਹੋ ਗਏ। ਕੰਮ ਨਹੀਂ ਪੂਰੇ ਹੁੰਦੇ ਲੋਕਾਂ ਦੇ ਜੀ, ਲੋਕ ਬੜੇ ਦੁਖੀ ਨੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੁਹਾਡੇ ਸਾਰੇ ਕੰਮ ਹੀ ਪੂਰੇ ਹੋਣਗੇ। ਹਾਂਜੀ, ਦੀਨ ਬਿਖੈ ਉਜਲ ਮੁਖ ਰੂਰੇ। ਮਹਾਰਾਜ ਕਹਿਣ ਲੱਗੇ ਇਸ ਦੁਨੀਆ ਦੇ ਵਿੱਚ ਤੁਹਾਡਾ ਮੁਖ ਉਜਲ ਹੋਏਗਾ। ਹਾਂਜੀ, ਤੇ ਚੇਤਾ ਰੱਖਿਓ ਅਗਲੀ ਦੁਨੀਆ ਵਿੱਚ ਵੀ ਤੁਹਾਡਾ ਮੁਖ ਉਜਲਾ ਹੋ ਜਾਏਗਾ ਜੀ। ਵੇਖੋ ਨਾ ਜੀ, ਇਸ ਸੰਸਾਰ 'ਚ ਸਾਰੇ ਹੱਥ ਜੋੜਨ, ਜੀ ਆਇਆਂ ਨੂੰ ਆਖਣ, ਸਤਿਕਾਰ ਕਰਨ, ਮੁਖ ਉਜਲਾ ਜੀ। ਇਸੇ ਤਰ੍ਹਾਂ ਅੱਗੇ ਵੀ ਜੈ ਜੈਕਾਰ ਹੋਏਗੀ। ਮਹਾਰਾਜ ਕਹਿਣ ਲੱਗੇ ਹਾਂਜੀ, ਸੁਨ ਗੰਗਾ ਸਹਿਗਲ ਹਰ ਖਾਇਓ। ਦੁਹੂ ਲੋਕ ਮਹਿ ਗੁਰੂ ਅਪਨਾਇਓ। ਬਸ ਉਹ ਤੇ ਬੜੇ ਖੁਸ਼ ਹੋਏ, ਕਹਿੰਦੇ ਮਹਾਰਾਜ ਅੱਜ ਤੋਂ ਅਸੀਂ ਤੁਹਾਡੇ ਪੁੱਤਰ ਨਾਲ ਹੀ ਪੱਕਾ ਰਵਾਂਗੇ। ਮਹਾਰਾਜ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਵਾਂਗੇ। ਚੰਗੇ ਸੀ, ਭਲੇ ਸੀਗੇ ਜੀ। ਕਈ ਬੰਦੇ ਅੱਗੋਂ ਬਹਿਸਦੇ ਹੀ ਰਹਿੰਦੇ, ਬਹਿਸਦੇ ਹੀ ਰਹਿੰਦੇ। ਉਹਨਾਂ ਦਾ ਸੁਭਾਅ ਹੁੰਦਾ ਜੀ, ਸਤ ਬਚਨ ਨਹੀਂ ਉਹ ਕਰਦੇ ਜੀ। ਹਾਂਜੀ, ਮੰਨ ਲਓ ਉਹਨਾਂ ਦੇ ਭਾਗ 'ਚ ਦਾਤ ਨਹੀਂ ਹੁੰਦੀ ਜੀ। ਕਈ ਬੰਦੇ ਬੜੇ ਪਿਆਰ ਵਾਲੇ ਸਤ ਬਚਨ ਕਰ ਲੈਂਦੇ ਜੀ। ਉਹਨਾਂ ਸਤ ਬਚਨ ਕੀਤਾ, ਦੋਵਾਂ ਲੋਕਾਂ 'ਚ ਗੁਰੂ ਸਾਹਿਬ ਨੇ ਉਹਨਾਂ ਦਾ ਹੱਥ ਫੜ ਲਿਆ ਜੀ। ਹਾਂਜੀ, ਇਸ ਤੇ ਅਪਰ ਨ ਆਛੀ ਬਾਤ। ਕਹਿੰਦੇ ਸੱਚੇ ਪਾਤਸ਼ਾਹ ਇਹਦੇ ਤੋਂ ਵਧੀਆ ਤੇ ਹੋਰ ਚੰਗੀ ਕਿਹੜੀ ਗੱਲ ਹੋ ਸਕਦੀ ਹੈ। ਹਾਂਜੀ, ਰਹਿਤ ਭਇਓ ਸੂਰਾ ਬਖਿਆਤ। ਗੱਜ ਕੇ ਆਖੋ ਵਾਹਿਗੁਰੂ। ਤੇ ਸੱਚੇ ਪਾਤਸ਼ਾਹ ਰਹਿਤ ਭਇਓ ਸੂਰਾ ਬਖਿਆਤ। ਮਹਾਰਾਜ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਪੁੱਤਰ ਕੋਲ ਰਵਾਂਗੇ। ਫਿਰ ਉਹ ਰਹੇ ਜੀ, ਬੜੇ ਪ੍ਰਸਿੱਧ ਸੂਰਮੇ ਬਣੇ, ਯੋਧੇ ਬਣੇ ਜੀ। ਹਾਂਜੀ, ਜਬ ਰਣ ਰਚ ਸ੍ਰੀ ਹਰਗੋਬਿੰਦ। ਹਤੇ ਤੁਰਕ ਬਹੁ ਬਲੀ ਬਿਲੰਦ। ਉਹ ਫਿਰ ਉਦੋਂ ਦੇ ਹੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਏ ਜੀ। ਤੇ ਛੇਵੇਂ ਪਾਤਸ਼ਾਹ ਜੀ ਨੇ ਕਿੰਨੀਆਂ ਜੰਗਾਂ ਕੀਤੀਆਂ? 4 ਜੀ। ਉਹ ਫਿਰ ਜੰਗਾਂ ਵਿੱਚ ਬੜੇ ਵੈਰੀਆਂ ਨੂੰ ਮਾਰਦੇ ਰਹੇ ਜੀ। ਹਾਂਜੀ, ਨਹੀਂ ਪੀਠ ਰਿਪ ਕੋ ਦਿਖਰਾਈ। ਕਦੀ ਵੀ ਉਹਨਾਂ ਨੇ ਦੁਸ਼ਮਣ ਨੂੰ ਪਿੱਠ ਨਹੀਂ ਸੀ ਦਿਖਾਈ ਜੀ। ਕਿਉਂ? ਗੁਰੂ ਅਰਜਨ ਦੇਵ ਜੀ ਦੇ ਪਿੱਛੋਂ ਮਿਹਰ ਹੋ ਗਈ ਸੀਗੀ ਜੀ। ਚੇਤਾ ਰੱਖਿਓ, ਕੁਝ ਕਰਨ ਵਾਸਤੇ ਬੰਦੇ ਨੂੰ ਮਿਹਰ ਦੀ ਲੋੜ ਹੈਗੀ ਹੈ। ਆਖੋ ਵਾਹਿਗੁਰੂ। ਮਿਹਰ ਦੀ ਲੋੜ ਹੈਗੀ, ਕਿਰਪਾ ਦੀ ਲੋੜ ਹੈਗੀ ਹੈ। ਤੁਸੀਂ ਨਾਮ ਜਪਣਾ, ਪਿੱਛੇ ਕਿਰਪਾ ਚਾਹੀਦੀ ਜੇ। ਇਸ ਕਰਕੇ ਗੁਰੂ ਸਾਹਿਬ ਅੱਗੇ ਤਰਲੇ ਲੈਂਦੇ ਹੀ ਰਿਹਾ ਕਰੋ, ਮਹਾਰਾਜ ਸਾਨੂੰ ਨਾਮ ਦੀਆਂ ਦਾਤਾਂ ਬਖਸ਼ੋ। ਸੱਚੇ ਪਾਤਸ਼ਾਹ ਸੰਗਤ 'ਚ ਬਹਿਣਾ, ਮਿਹਰ ਦੀ ਲੋੜ ਹੈਗੀ ਹੈ, ਕਿਰਪਾ ਦੀ ਲੋੜ ਹੈਗੀ ਹੈ। ਪਿੱਛੇ ਮਿਹਰ ਸੀ ਗੁਰੂ ਅਰਜਨ ਸਾਹਿਬ ਜੀ ਦੀ, ਉਹਨਾਂ ਕਦੀ ਕਿਸੇ ਨੂੰ ਪਿੱਠ ਨਹੀਂ ਵਿਖਾਈ ਜੀ। ਬੜੇ ਵੱਡੇ ਯੋਧੇ ਬਣੇ ਜੀ ਦੋਵੇਂ। ਹਾਂਜੀ, ਇਮ ਕਰਤੇ ਨੇ ਸ਼ੁਭਗਤ ਪਾਈ। ਕਹਿਣ ਲੱਗੇ ਫਿਰ ਹੋਰ ਸੁਣੋ, ਗੁਰੂ ਘਰ ਦੀ ਸੇਵਾ ਕਰਦਿਆਂ ਕਰਦਿਆਂ ਉਹਨਾਂ ਦੀ ਵੀ ਸ਼ੁਭ ਗਤੀ ਹੋਈ ਜੀ, ਉਹਨਾਂ ਦਾ ਵੀ ਭਲਾ ਹੋਇਆ ਜੀ। ਹਾਂਜੀ, ਅਪਰ ਅਨੇਕ ਸੂਰਮਾ ਆਏ। ਪਿਖ ਗੰਗੇ ਕਹੋ ਮੋਦ ਵਢਾਏ। ਗੱਜ ਕੇ ਆਖੋ ਵਾਹਿਗੁਰੂ। ਕਹਿਣ ਲੱਗੇ ਭਾਈ ਗੰਗਾ ਤੇ ਸਹਿਗਲ ਜੀ ਨੂੰ ਵੇਖ ਕੇ ਦੂਜੇ ਜਿਹੜੇ ਸਿਪਾਹੀ ਸੀ ਨਾ, ਉਹ ਵੀ ਉਤਸ਼ਾਹਿਤ ਹੋ ਜਾਂਦੇ ਸੀਗੇ ਜੀ। ਹੁਣ ਕਮਾਲ ਦੀ ਗੱਲ ਇਹ ਹੈ, ਅਜੇ ਕੋਈ ਵੀ ਸ਼ਹੀਦੀ ਦੀ ਗੱਲ ਨਹੀਂ ਚੱਲੀ ਗੁਰੂ ਅਰਜਨ ਦੇਵ ਜੀ ਤੇ। ਥੋੜੇ ਦਿਨਾਂ ਨੂੰ ਸ਼ਹੀਦੀ ਦੇਣਾ ਮਹਾਰਾਜ ਦਾ। ਅਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਕੋਈ ਗੱਲ ਨਹੀਂ ਤੁਰੀ। ਸ਼ਹੀਦੀ ਹੋਏਗੀ, ਗੁਰੂ ਹਰਗੋਬਿੰਦ ਸਾਹਿਬ ਫਿਰ ਫੌਜਾਂ ਰੱਖਣਗੇ ਜੀ। ਹਾਂਜੀ, ਫੌਜਾਂ ਰੱਖਣਗੇ, ਦੁਸ਼ਟਾਂ ਦਾ ਨਾਸ਼ ਕਰਨਗੇ। ਪਰ
ਅਜੇ ਕੋਈ ਗੱਲ ਵੀ ਨਹੀਂ ਤੁਰੀ ਤੇ ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਇਸ਼ਾਰੇ ਕਰ ਦਿੱਤੇ ਵੀ ਸਾਡੇ ਪੁੱਤਰ ਨੇ ਫੌਜ ਸਾਜਣੀ ਹੈ। ਸੰਗਤ ਜੀ, ਮਹਾਂਪੁਰਖਾਂ ਨੂੰ ਕਿਸ ਗੱਲ ਦਾ ਓਲਾ ਹੁੰਦਾ? ਉਹਨਾਂ ਨੂੰ ਪਤਾ ਹੁੰਦਾ ਸਾਰੀ ਗੱਲ ਦਾ ਵੀ ਆਹ ਗੱਲ ਸਮੇਂ ਨਾਲ ਵਰਤਣੀ ਹੈ, ਇਹ ਗੱਲ ਵਰਤਣੀ ਹੈ। ਹਾਂਜੀ। ਦੋਹਰਾ ਹੁਤੋ ਤਪਾ ਹਰ ਬੰਸ, ਇੱਕ ਸੇਵ ਕਰਹਿ ਧਰਮਸਾਲ। ਵਿਸ਼ਰਾਮ ਲਾਓ। ਹੁਤੋ ਤਪਾ ਹਰ ਬੰਸ, ਇੱਕ ਸੇਵ ਕਰਹਿ ਧਰਮਸਾਲ। ਇੱਕ ਤਪਾ ਜੀ, ਤਪਾ ਤਪਸਵੀ, ਉਹਨਾਂ ਦਾ ਨਾਮ ਹੈ ਹਰਬੰਸ ਜੀ। ਬੜੀ ਸੇਵਾ ਕਰਦੇ ਆ ਜੀ ਧਰਮਸ਼ਾਲਾ ਦੀ। ਜਿਵੇਂ ਆਪਾਂ ਗੁਰੂ ਘਰ ਦੇ ਵਿੱਚ ਬੈਠੇ ਹਾਂ, ਧਰਮਸ਼ਾਲਾ ਹੀ ਹੈ ਇੱਕ, ਉਹਨੇ ਧਰਮਸ਼ਾਲਾ 'ਚ ਰਹਿ ਕੇ ਸੇਵਾ ਕਰਨੀ ਜੀ। ਹਾਂਜੀ। ਥਕਤ ਜੋ ਸਿੱਖ ਤਿਸਕੇ ਚਰਨ, ਧੋਏ ਤਪਤ ਜਲ ਨਾਲ। ਇਹੋ ਜਿਹੇ ਸਿੱਖ ਤੇ ਵਿਰਲੇ ਹੀ ਹੋਣਗੇ ਜੀ, ਵਿਰਲੇ ਹੀ। ਪਤਾ ਕੀ ਕਰਦੇ ਜੀ ਭਾਈ ਹਰਬੰਸ ਜੀ? ਸੰਗਤਾਂ ਨੇ ਆਉਣਾ, ਦੂਰੋਂ ਆਉਣਾ, ਠੰਡ ਵਿੱਚ ਗਰਮ ਜਲ ਦੇ ਨਾਲ ਉਹਨਾਂ ਦੇ ਚਰਨ ਧੋਣੇ ਜੀ, ਗਰਮ ਪਾਣੀ ਨਾਲ। ਤੇ ਫਿਰ ਜੇ ਕੋਈ ਬਜ਼ੁਰਗ ਵੇਖਣਾ, ਉਹਦੀ ਮੁੱਠੀ ਚਾਪੀ ਵੀ ਕਰਨੀ ਜੀ, ਉਹਦੇ ਪੈਰ ਘੁੱਟਣੇ ਜੀ ਵੀ ਤੂੰ ਥੱਕ ਗਿਆ ਹੋਏਗਾ। ਅੱਜ ਨਾ ਕੋਈ ਘਟਾ ਕੇ ਖੁਸ਼ ਹੈ ਤੇ ਨਾ ਕੋਈ ਘੁੱਟ ਕੇ ਖੁਸ਼ ਹੈਗਾ ਜੀ। ਹਾਂਜੀ। ਚੌਪਈ ਦੇਖ ਸ਼ੁੱਧਤ ਭੋਜਨ ਅਚਵਾਵੈ। ਹੁਣ ਗੁਰੂ ਘਰ ਰਹਿਣਾ, ਗੁਰੂ ਘਰ ਰਹਿਣਾ ਬੜੀ ਵੱਡੀ ਗੱਲ ਹੁੰਦੀ ਸੰਗਤ ਦੀ। ਧਰਮਸ਼ਾਲਾ ਦੇ ਵਿੱਚ ਹੀ ਉਹ ਰਹਿੰਦੇ ਆ। ਤੇ ਜਦੋਂ ਵੇਖਣਾ ਵੀ ਕੋਈ ਭੁੱਖਾ ਹੈ, ਆ ਗਿਆ ਧਰਮਸ਼ਾਲਾ 'ਚ, ਉਸੇ ਵੇਲੇ ਉਹਨੂੰ ਭੋਜਨ ਛਕਾਉਣਾ ਜੀ। ਮਤਲਬ ਬੜੇ ਉਦਮੀ ਸਿੱਖ ਸਨ ਜੀ ਪਹਿਲੇ ਜੀ। ਹਾਂਜੀ। ਨਿਸਾ ਸੁਪਤ ਕੇ ਪਾਏ ਦਬਾਵੈ। ਤੇ ਧਰਮਸ਼ਾਲਾ ਵਿੱਚ ਜੇ ਰਾਤ ਰਹਿਣਾ ਨਾ ਕਿਸੇ ਨੇ, ਤੇ ਰਾਤ ਸੌਣ ਲੱਗਿਆ ਉਹਦੇ ਚਰਨ ਦਬਾਉਣੇ ਜੀ, ਸੁੱਤੇ ਹੋਏ ਦੇ ਵੀ ਚਰਨ ਕੁੱਟੀ ਜਾਣੇ ਜੀ। ਹਾਂਜੀ। ਸੀਤ ਕਾਲ ਭੂਰੇ ਤਬ ਦੇਤ, ਧਰਮਸਾਲ ਲੇਪਨ ਕਰ ਲੇਤ। ਸਰਦੀਆਂ ਦੇ ਮੌਸਮ ਵਿੱਚ ਸੰਗਤ ਨੂੰ ਬੁਰਾ ਨਹੀਂ ਬੋਲਣਾ, ਬਲਕਿ ਆਇਆਂ ਨੂੰ ਕੰਬਲ ਦੇਣੇ ਜੀ ਉਹਨਾਂ ਨੇ ਜੀ। ਕੰਬਲ ਦੇਣੇ ਵੀ ਭਾਈ ਨਿੱਘ ਨਾ ਬਹਿ ਕੇ ਨਾਮ ਜਪੋ। ਤੇ ਧਰਮਸਾਲ ਲੇਪਨ ਕਰ ਲੇਤ, ਉਦੋਂ ਆ ਨਾ ਸ਼ੀਟਾਂ ਨਾ ਪੱਥਰ, ਕੁਝ ਵੀ ਨਹੀਂ ਹੁੰਦਾ ਜੀ। ਕੱਚੀਆਂ ਕੰਧਾਂ, ਕੱਚੇ ਘਰ ਹੁੰਦੇ ਸੀਗੇ ਜੀ। ਹਾਂਜੀ। ਪਰ ਇੱਕ ਮੈਂ ਤੁਹਾਨੂੰ ਦੱਸ ਦਿਆਂ, ਘਰ ਉਦੋਂ ਭਾਵੇਂ ਕੱਚੇ ਸੀ, ਗੁਰਦੁਆਰੇ ਕੱਚੇ ਸੀਗੇ, ਗੁਰੂ ਦੇ ਸਿੱਖ ਪੱਕੇ ਸੀਗੇ ਜੀ। ਉਹ ਜੀ ਸਿੱਖੀ ਪੱਕੀ ਸੀ ਉਹਨਾਂ ਅੰਦਰ, ਉਦਮੀ ਹੁੰਦੇ ਸੀਗੇ ਜੀ। ਅੱਜ ਸਥਾਨ ਪੱਕੇ ਬਣੇ ਆ, ਸਿੱਖੀ ਜਿਹੜੀ ਉਹ ਥੋੜੀ ਕੱਚੀ ਵੇਖਣ ਨੂੰ ਮਿਲਦੀ ਹੈ ਜੀ। ਅਸਥਾਨ ਤੇ ਬੜੇ ਬੜੇ ਪੱਕੇ ਸੰਗ ਮਰਮਰ ਲੱਗੇ ਹੋਏ ਜੀ। ਮੈਨੂੰ ਗੁਰਮੁਖ ਪਿਆਰੇ ਦੱਸ ਰਹੇ, ਕਹਿਣ ਲੱਗੇ ਅਸੀਂ ਮਹਾਂਪੁਰਖਾਂ ਦੇ ਨਾਲ ਰਹਿੰਦੇ ਸਾਂ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ 700 ਬੰਦੇ ਦਾ ਪ੍ਰਸ਼ਾਦਾ ਤਿਆਰ ਕਰਦੇ ਹੁੰਦੇ ਸਾਂ ਜੀ। ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ 3 ਜਣੇ ਸੀਗੇ, ਚੌਥੇ ਬੰਦੇ ਨੂੰ ਲੱਗਣ ਦਾ ਹੁਕਮ ਹੀ ਨਹੀਂ ਸੀ ਹੈਗਾ। ਕਹਿਣ ਲੱਗੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ 700 ਬੰਦੇ ਦਾ ਪ੍ਰਸ਼ਾਦਾ ਤਿਆਰ ਕਰਕੇ ਆਵਾਜ਼ਾਂ ਦੇ ਦੇਣਾ ਵੀ ਪ੍ਰਸ਼ਾਦਾ ਛਕ ਲਓ, ਤੇ ਸੰਗਤ ਤੋਰਨੀ। 2 ਵਜੇ ਉੱਠਣਾ, ਸੂਏ 'ਚ ਨਹਾਉਣਾ ਜੀ ਠੰਡ ਵਿੱਚ ਜੀ। ਤੇ ਜਿਹੜੇ ਪਿੰਡਾਂ ਦੇ ਬੈਠੇ ਉਹਨਾਂ ਨੂੰ ਪਤਾ, ਸੂਏ ਦਾ ਪਾਣੀ ਕਿਹੜਾ ਗੀਜ਼ਰ ਵਾਲਾ ਹੁੰਦਾ ਜੀ, ਉਹ ਤੇ ਠੰਡਾ ਨਿਰੀ ਬਰਫ਼ ਹੁੰਦੀ ਜੀ। ਉਸ ਪਾਣੀ 'ਚ ਨਹਾਉਣਾ ਤੇ ਬਾਣੀ ਦੇ ਪਾਠ ਕਰਨੇ ਜੀ, ਸਪੀਕਰ 'ਚ ਕਹਿਣ ਲੱਗੇ। ਫਿਰ ਪਾਠ ਸੰਪੂਰਨ ਕਰਕੇ 700 ਬੰਦੇ ਦਾ ਪ੍ਰਸ਼ਾਦਾ ਤਿਆਰ ਕਰਨਾ ਜੀ। ਉਹ ਕਰਕੇ ਆਵਾਜ਼ਾਂ ਦੇਣਾ ਤੇ ਛਕਾਉਣਾ ਜੀ। ਤੇ ਸੰਗਤ ਨੇ ਟਰੱਕਾਂ 'ਚ ਬਹਿ ਕੇ ਸੇਵਾ ਤੇ ਚਲੇ ਜਾਣਾ, ਕਹਿੰਦੇ ਅਸੀਂ ਤੁਰ ਕੇ ਹੀ ਜਾਣਾ ਉੱਥੇ ਸੇਵਾ ਕਰਨ ਜੀ। ਸਾਰੀ ਦਿਹਾੜੀ ਸੇਵਾ ਕਰਨੀ, ਸ਼ਾਮ ਨੂੰ ਫਿਰ ਸੰਤਾਂ ਵਿਹਲੇ ਨਹੀਂ ਬਹਿਣ ਦੇਣਾ। ਤੂੰ ਇੱਥੇ ਵਿਹਲਾ ਬੈਠਾ, ਕਹਿੰਦੇ ਕੀ ਕਰਦਾ, ਚੱਲ ਰਹਿਰਸ ਦਾ ਟਾਈਮ ਹੋ ਗਿਆ, ਸਪੀਕਰ 'ਚ ਪੜ੍ਹ। ਕਹਿੰਦੇ ਫਿਰ ਰਾਤ ਦਾ ਲੰਗਰ ਤਿਆਰ ਕਰਨਾ ਜੀ। ਲੰਗਰ ਤੋਂ ਬਾਅਦ ਫਿਰ ਮਹਾਂਪੁਰਖਾਂ ਦੀ ਸੇਵਾ ਵਿੱਚ ਲੱਗ ਜਾਣਾ ਜੀ। ਤੇ ਜ਼ਿੰਦਗੀਆਂ ਹੰਡਾਈਆਂ ਜੀ, ਉਹਨਾਂ ਦੀ ਰਸਨਾ 'ਚ ਰਸ ਆ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਇੰਨੀ ਸੇਵਾ ਕਰਨ ਵਾਲੇ ਬੰਦੇ ਦੇ ਬੋਲ ਪੂਰੇ ਹੋਣ ਲੱਗ ਪੈਂਦੇ ਸੰਗਤ ਜੀ। ਜੋ ਆਖੇ ਉਹ ਪੂਰਾ ਹੋਣ ਲੱਗ ਪੈਂਦਾ ਜੀ।
ਹੁਣ ਭਾਈ ਹਰਬੰਸ ਜੀ, ਉਹਨਾਂ ਨੇ ਕੰਧਾਂ ਆਪ ਸਾਫ਼ ਕਰਨੀਆਂ, ਲੇਪਣੀਆਂ, ਵੀ ਗੁਰੂ ਘਰ ਹੈ, ਧਰਮਸ਼ਾਲਾ ਹੈ, ਕੰਧਾਂ ਨੂੰ ਆਪ ਲੇਪਣਾ, ਸਾਫ਼ ਕਰਨਾ। ਹਾਂਜੀ, ਜਾਗਹਿ ਪ੍ਰਥਮ ਜੋ ਪਾਛਲ ਰਾਤੀ। ਸਭ ਤੋਂ ਪਹਿਲਾਂ ਆਪ ਜਾਗਣਾ ਜੀ, ਧਰਮਸ਼ਾਲਾ ਵਿੱਚ ਸਭ ਤੋਂ ਪਹਿਲਾਂ ਆਪ ਉੱਠ ਖਲੋਣਾ ਜੀ। ਹਾਂਜੀ, ਜਲ ਕਰ ਤਪਤ ਨੁਲਾਏ ਪ੍ਰਭਾਤੀ। ਤੇ ਠੰਡ ਦੇ ਵਿੱਚ ਜਲ ਗਰਮ ਕਰਨਾ ਜੀ। ਤੇ ਜਿੰਨੇ ਸਿੱਖ ਰਹਿੰਦੇ ਸੀ ਨਾ ਜੀ, ਉਹਨਾਂ ਸਿੱਖਾਂ ਨੂੰ ਇਸ਼ਨਾਨ ਕਰਾਉਣਾ ਜੀ। ਬੜੀ ਮਿਹਨਤ ਦਾ ਕੰਮ ਹੈਗਾ ਜੀ ਇਹ। ਤੁਸੀਂ ਇੱਕ ਹੀ ਨੇਮ ਬਣਾ ਲਓ ਵੀ ਮੈਂ ਤੜਕੇ ਉੱਠ ਕੇ ਮੱਥਾ ਹੀ ਟੇਕਣਾ, ਉਹ ਬੜਾ ਔਖਾ ਹੈਗਾ ਜੀ। ਤੜਕੇ ਉੱਠ ਕੇ ਪਾਣੀ ਗਰਮ ਕਰਨਾ, ਤੇ ਅੱਜ ਵਾਲਾ ਸਿਸਟਮ ਨਹੀਂ ਸੀਗਾ ਵੀ ਨੱਪਤਾ ਸੁੱਚ ਤੇ ਪਾਣੀ ਗਰਮ ਹੋ ਗਿਆ ਜੀ, ਜਾਂ ਗੈਸ ਤੇ ਰੱਖਤਾ ਤੇ ਪਾਣੀ ਗਰਮ ਹੋ ਗਿਆ। ਪਹਿਲਾਂ ਅੱਗ ਡਾਉਣੀ ਜੀ, ਅੱਗ ਡਾਉਣੀ ਕਿਹੜੀ ਸੌਖੀ ਜੀ। ਅੱਗ ਡਾਹ ਕੇ ਪਾਣੀ ਗਰਮ ਕਰਨਾ ਤੇ ਫਿਰ ਸਭ ਨੂੰ ਜਗਾ ਕੇ ਇਸ਼ਨਾਨ ਕਰਾਉਣਾ ਜੀ। ਹਾਂਜੀ, ਪੜਤ ਰਹਿ ਪੁਨ ਸਤਿਗੁਰ ਬਾਣੀ। ਫਿਰ ਜਦੋਂ ਵਿਹਲਾ ਸਮਾਂ ਮਿਲਣਾ, ਫਿਰ ਗੁਰੂ ਜੀ ਦੀ ਬਾਣੀ ਦਾ ਪਾਠ ਕਰਨ ਲੱਗ ਪੈਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਆਖੋ ਧੰਨ ਭਾਈ ਹਰਬੰਸ ਜੀ। ਧੰਨ ਭਾਈ ਹਰਬੰਸ ਜੀ। ਕਿੰਨਾ ਵਧੀਆ ਜੀਵਨ ਜੀ ਉਹਨਾਂ ਦਾ। ਹਾਂਜੀ, ਇਮ ਸੇਵਾ ਕੋ ਠਾਨ ਮਹਾਨੀ। ਇਸ ਤਰੀਕੇ ਨਾਲ ਸੇਵਾ ਕਰਦੇ ਹੀ ਰਹਿੰਦੇ ਜੀ, ਮਹਾਨ ਸੇਵਾ ਕਰਦੇ। ਮਨ 'ਚ ਪੱਕਾ ਫੁਰਨਾ ਵੀ ਸੇਵਾ ਕਰਨੀ ਮੈਂ ਜੀ। ਹਾਂਜੀ, ਇੱਥੇ ਕਈ ਵਾਰੀ ਵੇਖੀਦਾ ਕਹਿ ਕੇ ਵੀ ਬੰਦਾ ਆਖੇ, ਫਿਰ ਵੀ ਬੰਦਾ ਸੇਵਾ ਨਹੀਂ ਪੂਰੀ ਕਰ ਸਕਦਾ ਜੀ। ਜਿਨ੍ਹਾਂ ਦੇ ਅੰਦਰ ਚਾਅ ਹੁੰਦਾ ਉਹ ਆਪੇ ਹੀ ਕਰੀ ਜਾਂਦੇ ਜੀ, ਆਪੇ ਹੀ ਕਰੀ ਜਾਂਦੇ ਜੀ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਜੀ। ਹਾਂਜੀ, ਕਵ ਗੁਰਦਾਸ ਕੀਨ ਜੋ ਬਾਣੀ। ਇੱਕ ਦਿਨ ਪੜਤ ਹੁਤੋ ਰੁਚ ਠਾਨੀ। ਇੱਕ ਦਿਨ ਭਾਈ ਹਰਬੰਸ ਜੀ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਰਹੇ ਸਨ ਜੀ। ਬੜੇ ਪ੍ਰੇਮ ਨਾਲ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਰਹੇ ਸਨ ਜੀ। ਹਾਂਜੀ, ਕਿਤਿਕ ਸਿੱਖ ਬੋਲੇ ਤਿਸ ਪਾਹੀ। ਹੁਣ ਆਦਤ ਹੁੰਦੀ ਜੀ ਕਈਆਂ ਨੂੰ ਗੱਲ ਗੱਲ ਤੇ ਤਰਕ ਕਰਨੀ ਦੀ। ਕੁਝ ਸਿੱਖ ਭਾਈ ਹਰਬੰਸ ਜੀ ਨੂੰ ਕਹਿਣ ਲੱਗੇ, ਹਾਂਜੀ, ਗੁਰਬਾਣੀ ਕਿਉਂ ਪੜ੍ਹੈ ਨਾਹੀ। ਕਹਿਣ ਲੱਗੇ ਤੂੰ ਭਾਈ ਗੁਰਦਾਸ ਦੀ ਬਾਣੀ ਪੜ੍ਹ ਰਿਹਾ, ਤੂੰ ਗੁਰੂ ਜੀ ਦੀ ਬਾਣੀ ਕਿਉਂ ਨਹੀਂ ਪੜ੍ਹਦਾ। ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਦੀ ਬਾਣੀ ਕਿਉਂ ਨਹੀਂ ਪੜ੍ਹਦਾ। ਚੇਤਾ ਰੱਖਿਓ, ਅੱਜ ਵੀ ਇਹੋ ਜਿਹੇ ਚੁੰਚ ਗਿਆਨੀ ਪੰਥ 'ਚ ਹੈਗੇ ਜੇ, ਜਿਹੜੇ ਭਾਈ ਗੁਰਦਾਸ ਜੀ ਦੀ ਬਾਣੀ ਦਾ ਖੰਡਨ ਕਰਦੇ ਵੀ ਅਸੀਂ ਭਾਈ ਗੁਰਦਾਸ ਦੀ ਬਾਣੀ ਨੂੰ ਮੰਨਦੇ ਨਹੀਂ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਨਦੇ ਹਾਂ। ਤੇ ਵਾਹਿਗੁਰੂ ਮਿਹਰ ਕਰੇ। ਹਾਂਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਬੜੀਆਂ ਬੜੀਆਂ ਪੁਰਾਣੀਆਂ ਉਦਾਹਰਣਾਂ ਨੇ ਜੀ। ਤੁਸੀਂ ਪੁਰਾਣੇ ਬਜ਼ੁਰਗ ਮੇਰੇ ਸਾਹਮਣੇ ਬੈਠੇ ਹੋ, ਖੇਤੀਬਾੜੀ ਦੀਆਂ ਉਦਾਹਰਣਾਂ ਨੇ ਗੁਰਬਾਣੀ ਵਿੱਚ ਜੀ। ਹਾਂਜੀ, ਕਮਾਦਾ ਅਰ ਕਾਗਦਾ ਕੋਇਲੇ ਕੁੰਨੇ ਆਹਾਂ, ਕੁੰਨੇ ਕੋਇਲੇ ਆਹਾਂ, ਕਮਾਦਾ ਅਰ ਕਾਗਦਾ ਕੁੰਨੇ ਕੋਇਲੇ ਆਹਾਂ। ਹੁਣ ਇਹ ਪੁਰਾਣੀਆਂ ਉਦਾਹਰਣਾਂ ਨੇ ਜੀ। ਕਮਾਦ, ਕਾਗਜ਼ ਬਣਨਾ, ਤੇ ਫਿਰ ਕੋਲੇ ਬਣਨੇ, ਕੋਲੇ ਬਾਲਣੇ। ਅੱਜ ਤੇ ਕੋਲੇ ਨਾ ਬਾਲਦਾ ਨਾ ਛੇਤੀ ਕਿਸੇ ਨੂੰ ਪਤਾ ਜੀ। ਤੇ ਕਈ ਸਿਰ ਫਿਰੇ ਗਿਆਨੀ ਇਹੋ ਜਿਹੇ ਵੀ ਹੈਗੇ ਤੇ ਜਿਹੜੇ ਇਹ ਕਹਿੰਦੇ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੁਰਾਣੇ ਜ਼ਮਾਨੇ ਦੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਪਤਾ ਵੀ ਉਹ ਤੇ ਗੱਲਾਂ ਸਦਾ ਹੀ ਸੱਚ ਨੇ ਜੀ। ਜੋ ਮਹਾਰਾਜ ਨੇ ਬਾਣੀ 'ਚ ਕਰ ਦਿੱਤੀਆਂ ਉਹ ਸਦਾ ਹੀ ਸੱਚ ਨੇ ਜੀ। ਤੇ ਮਹਾਰਾਜ ਕਹਿੰਦੇ ਮੰਦੇ ਅਮਲ ਕਰੇਂਦਿਆਂ ਇਹ ਸਜ਼ਾ ਤਿੰਨਾ। ਜੋ ਹਾਲ ਕਮਾਦ ਦਾ ਹੁੰਦਾ ਜੀ, ਹਾਂਜੀ, ਕਿਵੇਂ ਉਹਦੇ ਵਿੱਚੋਂ ਕੱਢਿਆ ਜਾਂਦਾ ਜੀ ਰਸ, ਕਾਗਜ਼ ਜਿਵੇਂ ਬਣਦਾ, ਕਿਵੇਂ ਉਹਦੇ ਵਿੱਚੋਂ, ਕਿਵੇਂ ਉਹਨੂੰ ਮਸ਼ੀਨਾਂ 'ਚੋਂ ਲੰਘਣਾ ਪੈਂਦਾ ਜੀ। ਪਹਿਲੇ ਸਮੇਂ 'ਚ ਕੁੱਟ ਕੁੱਟ ਕੇ ਬਣਾਉਂਦੇ ਸੀਗੇ। ਫਿਰ ਕੋਇਲੇ ਬਲਦੇ ਆ, ਕਿੰਨਾ ਉਹਨਾਂ ਨੂੰ ਦੁੱਖ ਹੁੰਦਾ। ਮਹਾਰਾਜ ਕਹਿੰਦੇ ਮਾੜੇ ਕੰਮ ਕਰਨ ਵਾਲਿਆਂ ਦਾ ਇਹ ਹਾਲ ਹੁੰਦਾ ਜੀ। ਹੁਣ ਇਹ ਗੱਲਾਂ ਤੇ ਸਦਾ ਵਰਤਦੀਆਂ ਰਹਿਣੀਆਂ ਜੀ। ਗੱਜ ਕੇ ਆਖੋ ਵਾਹਿਗੁਰੂ। ਕਈ ਇਹ ਕਹਿ ਦਿੰਦੇ ਜੀ ਇਹ ਪੁਰਾਣੀਆਂ ਉਦਾਹਰਣਾਂ ਹੈਗੀਆਂ, ਚੇਤਾ ਰੱਖਿਓ ਸੱਚ ਪੁਰਾਣਾ ਨਾ ਥੀ ਹੈ। ਸੱਚ ਨਹੀਂ ਕਦੀ ਪੁਰਾਣਾ ਹੁੰਦਾ, ਸੱਚ ਨਵਾਂ ਹੀ ਹੈ ਜੀ। ਤੇ ਕਈ ਭਾਈ ਗੁਰਦਾਸ ਜੀ ਦੀ ਬਾਣੀ ਤੇ ਕਿੰਤੂ ਪਰੰਤੂ ਕਰਦੇ ਆ। ਜਿਵੇਂ ਸੰਗਤ ਜੀ ਉਹਨਾਂ ਦੀ ਬਾਣੀ ਹੈ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੈ।
ਭਗਤ ਧੰਨਾ ਜੀ ਦੇ ਬਾਰੇ ਲਿਖਿਆ, ਭੋਲਾ ਭਾਉ ਗੋਬਿੰਦ ਮਿਲਾਵੈ। ਕਹਿੰਦੇ ਜੀ ਨਹੀਂ, ਇਹ ਗੱਪ ਹੈਗੀ ਹੈ ਜੀ। ਹੁਣ ਚੇਤਾ ਰੱਖਿਓ, ਉਸ ਸਮੇਂ ਵੀ ਇਹੋ ਜਿਹੇ ਬੰਦੇ ਹੈਗੇ ਸੀ, ਗੱਜ ਕੇ ਆਖੋ ਵਾਹਿਗੁਰੂ। ਇਹ ਗੱਲਾਂ ਉਹ ਬੰਦੇ ਕਰਦੇ ਜਿਨ੍ਹਾਂ ਦਾ ਭਰੋਸਾ ਘੱਟ ਹੈ। ਮੈਂ ਤੁਹਾਨੂੰ ਇਹ ਤਾਂ ਦੱਸ ਰਿਹਾ ਵੀ ਕਿਤੇ ਇਹੋ ਜਿਹੇ ਬੰਦਿਆਂ ਦੀਆਂ ਗੱਲਾਂ ਸੁਣਨੀਆਂ ਨਹੀਂ ਜੀ। ਇਹੋ ਜਿਹੇ ਬੰਦਿਆਂ ਦਾ ਭਰੋਸਾ ਘੱਟ ਹੁੰਦਾ ਜੀ। ਉਹ ਭਾਈ ਹਰਬੰਸ ਜੀ ਨੂੰ ਕਹਿੰਦੇ ਵੀ ਤੂੰ ਗੁਰੂ ਦੀ ਬਾਣੀ ਕਿਉਂ ਨਹੀਂ ਪੜ੍ਹਦਾ। ਹਾਂਜੀ, ਅਪਰ ਕਵਨ ਕੀ ਸਿੱਖ ਨਹਿ ਪੜੈ। ਜਿਹੜੇ ਸਿੱਖ ਹੈਗੇ ਉਹ ਕਿਸੇ ਹੋਰ ਦੀ ਬਾਣੀ ਨਹੀਂ ਪੜ੍ਹਦੇ। ਹਾਂਜੀ, ਸਤਿਗੁਰ ਸ਼ਬਦ ਪ੍ਰੀਤ ਤੇ ਰੜੇ। ਉਹ ਸਤਿਗੁਰ ਸ਼ਬਦ ਪ੍ਰੀਤ ਤੇ ਰੜੈ, ਕਹਿਣ ਲੱਗੇ ਉਹ ਤੇ ਗੁਰੂ ਦੇ ਸ਼ਬਦ ਪ੍ਰੇਮ ਨਾਲ ਪੜ੍ਹਦੇ ਆ। ਹਾਂਜੀ, ਝਗਰ ਪਰਸ ਪਰ ਗੁਰ ਢਿਗ ਆਏ। ਤੇ ਭਾਈ ਹਰਬੰਸ ਜੀ ਕਹਿੰਦੇ ਵੀ ਫਿਰ ਕੀ, ਭਾਈ ਗੁਰਦਾਸ ਜੀ ਦੀ ਬਾਣੀ ਬੜੀ ਵਧੀਆ ਹੈ। ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦੇ ਨਹੀਂ ਨਹੀਂ, ਕੋਈ ਨਹੀਂ ਵਧੀਆ, ਅਸੀਂ ਨਹੀਂ ਮੰਨਦੇ ਕਿਸੇ ਹੋਰ ਦੀ ਬਾਣੀ ਨੂੰ। ਉਹਨਾਂ ਦੀ ਗੱਲ ਵੱਧ ਗਈ ਜੀ, ਤੇ ਗੱਲ ਇੰਨੀ ਜ਼ਿਆਦਾ ਵੱਧ ਗਈ, ਗੱਲ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੋ ਆ ਗਈ ਜੀ। ਹਾਂਜੀ, ਬਾਦ ਪ੍ਰਸੰਗ ਜੋ ਸਕਲ ਸੁਨਾਏ। ਸਾਰਾ ਲੜਾਈ ਵਾਲੀ ਜਿਹੜੀ ਗੱਲ ਹੈ, ਉਹ ਸਾਰੀ ਗੱਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਦੱਸੀ ਜੀ। ਹਾਂਜੀ, ਇਹ ਸਭ ਬਰਜਤ ਤਰਕਤ ਅਹੀ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਰਿਹਾ ਸਾਂ, ਤੇ ਮਹਾਰਾਜ ਇਹ ਸਿੱਖ ਮੈਨੂੰ ਰੋਕਣ ਦੇ, ਮੇਰੇ ਨਾਲ ਲੜਦੇ ਨੇ। ਹਾਂਜੀ, ਪੜਨ ਗਿਰਾ ਗੁਰਦਾਸ ਜੋ ਕਹੀ। ਹਾਂਜੀ, ਸੁਨ ਸ਼੍ਰੀ ਅਰਜਨ ਬਾਗ ਉਚਾਰਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਿਰ ਦੱਸਦੇ ਆ, ਧਿਆਨ ਨਾਲ ਸੁਣਿਓ। ਹਾਂਜੀ, ਜਿਸ ਮਹਿ ਸ਼੍ਰੀ ਗੁਰ ਸੋ ਜਸ ਉਚਾਰਾ। ਮਹਾਰਾਜ ਕਹਿੰਦੇ ਸੁਣੋ, ਜਿਸ ਬਾਣੀ ਵਿੱਚ ਗੁਰੂ ਦੀ ਸਿਫਤ ਹੋਵੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਹੋਵੇ। ਹਾਂਜੀ, ਸਤਨਾਮ ਕੀ ਮਹਿਮਾ ਕਹੀ। ਫਿਰ ਰੱਬ ਦੇ ਨਾਮ ਦੀ ਮਹਿਮਾ ਹੋਵੇ ਜੀ। ਹਾਂਜੀ, ਤਿਸ ਕਹੋ ਪੜ੍ਹੋ ਸੋ ਤਰਕਹੁ ਨਹੀਂ। ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹ ਲਿਆ ਕਰੋ, ਕਹਿਣ ਲੱਗੇ ਉਹਦੇ ਤੇ ਰੋਕਣਾ ਨਹੀਂ ਕਿਸੇ ਨੂੰ, ਤਰਕ ਨਹੀਂ ਕਰਨੀ। ਵੇਖੋ ਨਾ ਜੀ, ਕਿੰਨੇ ਕਵੀ ਕਵੀਸ਼ਰ ਗੁਰੂ ਘਰ 'ਚ ਕਵਿਤਾਵਾਂ ਗਾਉਂਦੇ ਨੇ ਜੀ। ਕਵੀਸ਼ਰ ਦਰਬਾਰ ਲੱਗਦੇ ਆ, ਕਵੀਆਂ ਦੇ ਦਰਬਾਰ ਲੱਗਦੇ ਆ। ਜਿਸ ਬਾਣੀ ਵਿੱਚ ਗੁਰੂ ਦੀ ਸਿਫਤ ਹੈ ਤੇ ਰੱਬ ਦੇ ਨਾਮ ਦੀ ਸਿਫਤ ਹੈ, ਮਹਾਰਾਜ ਕਹਿੰਦੇ ਉਹ ਬਾਣੀ ਪੜ੍ਹਨੀ ਹੈ ਸਿੱਖਾਂ ਨੇ ਜੀ। ਹਾਂਜੀ, ਸਤਿਗੁਰ ਸਮਤਾ ਚਾਹੇ ਜੇ ਮੂੜ। ਹਾਂ, ਜੇ ਕੋਈ ਬੰਦਾ ਗੁਰੂ ਦੀ ਬਰਾਬਰੀ ਕਰਕੇ ਬਾਣੀ ਲਿਖੇ ਜੀ। ਹਾਂਜੀ, ਕਿਮ ਲਿਖ ਸਕੈ ਜੇ ਆਛੈ ਗੂੜ। ਮਹਾਰਾਜ ਕਹਿੰਦੇ ਉਹ ਹੋ ਨਹੀਂ ਸਕਦਾ, ਬਾਣੀ ਦੇ ਬਰਾਬਰ ਰੀਸ ਕਰਕੇ ਕੋਈ ਬਾਣੀ ਲਿਖ ਨਹੀਂ ਸਕਦਾ। ਕਿਉਂ? ਬਾਣੀ ਬੜੀ ਡੂੰਘੀ ਗੁਰੂ ਦੀ। ਗੱਜ ਕੇ ਆਖੋ ਵਾਹਿਗੁਰੂ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਵੀ ਲਿਖਿਆ ਜੀ, ਸਤਿਗੁਰ ਕੀ ਰੀਸ ਹੈ ਵਾਹਿਗੁਰੂ। ਇਹ ਗੁਰੂ ਰਾਮਦਾਸ ਜੀ ਦੀ ਪੰਕਤੀ ਹੈ। ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ। ਗੱਜ ਕੇ ਆਖੋ ਵਾਹਿਗੁਰੂ। ਕਈ ਬੰਦੇ ਗੁਰੂ ਦੀ ਰੀਸ ਕਰਕੇ ਬਾਣੀ ਲਿਖਦੇ ਆ, ਕੱਚੇ ਪਿੱਲੇ ਨੇ, ਕੱਚੀਆਂ ਗੱਲਾਂ ਕਰਦੇ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ। ਹਰ ਹਰ ਨਿਤ ਕਰਖੇ ਰਸਨਾ, ਕਹਿਆ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਕਹੈ ਨਾਨਕ ਸਤਿਗੁਰੂ ਬਾਝੋ, ਹੋਰ ਕੱਚੀ ਬਾਣੀ। ਗੁਰੂ ਦੀ ਰੀਸ ਕਰਕੇ ਜੇ ਬਾਣੀ ਲਿਖੇ ਤੇ ਕੱਚੀ ਹੈ। ਹਾਂਜੀ, ਸੋ ਨਹਿ ਪੜ੍ਹੋ ਕਰਹੋ ਤਿਸ ਤਰਕ। ਮਹਾਰਾਜ ਕਹਿੰਦੇ ਆਪ ਵੇਖੋ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਸਿਫਤ ਹੈ, ਰੱਬ ਦੇ ਨਾਮ ਦੀ ਸਿਫਤ ਹੈ, ਤੇ ਪੜ੍ਹ ਲਓ, ਨਹੀਂ ਤੇ ਨਾ ਪੜੋ। ਮਹਾਰਾਜ ਕਹਿਣ ਲੱਗੇ ਹਾਂਜੀ, ਜੋ ਸਿੱਖ ਪੜ੍ਹੇ ਪਰਹੇ ਮਤ ਫਰਕ। ਤੇ ਜੋ ਸਿੱਖ ਪੜ੍ਹੇ ਮਤ ਵਰਗ। ਕਹਿਣ ਲੱਗੇ ਜਿਹੜਾ ਸਿੱਖ ਪੜ੍ਹੇਗਾ ਉਹਦੀ ਫਿਰ ਮਤ 'ਚ ਫਰਕ ਪੈ ਜਾਏਗਾ। ਕੱਚੀ ਬਾਣੀ ਜਿਹੜੀ ਪੜ੍ਹੇਗਾ, ਕੱਚਿਆਂ ਪਿੱਲਿਆਂ ਦੀਆਂ ਬਾਣੀਆਂ ਜਿਹੜਾ ਪੜ੍ਹੇਗਾ, ਉਹਦੀ ਮਤ 'ਚ ਫਰਕ ਪੈ ਜਾਏਗਾ। ਭਾਈ ਗੁਰਦਾਸ ਜੀ ਦੀ ਬਾਣੀ ਮਾੜੀ ਨਹੀਂ, ਮਹਾਰਾਜ ਕਹਿਣ ਲੱਗੇ, ਉਹ ਤੇ ਕੁੰਜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ।
ਹਾਂਜੀ। ਅਪਰ ਜੇ ਗੁਰਬਾਣੀ ਅਨੁਸਾਰ ਕਹਿ ਵਰਣਨ ਜਿਹ ਪ੍ਰਭ ਅਵਤਾਰ। ਮਹਾਰਾਜ ਕਹਿਣ ਲੱਗੇ ਜਾਂ ਕਿਸੇ ਰੱਬ ਦੇ ਅਵਤਾਰ ਦੇ ਜ਼ਿਕਰ 'ਚ ਕੋਈ ਬਾਣੀ ਹੈ, ਕੋਈ ਸਿਫਤ ਵਿੱਚ ਬਾਣੀ ਹੈ, ਪੜੋ। ਹਾਂਜੀ। ਸਤਿਗੁਰ ਹਰ ਸੰਬੰਧਨੀ ਬਾਣੀ ਹਾਂਜੀ। ਪੜ੍ਹੋ ਸੁਨਹੁ ਨਿਸਚੈ ਔਰ ਠਾਨੀ। ਗੁਰੂ ਸਾਹਿਬ ਨਾਲ ਸੰਬੰਧ ਰੱਖਣ ਵਾਲੀ ਬਾਣੀ ਪੜੋ, ਔਰ ਇਹ ਤੇ ਭਰੋਸਾ ਵੀ ਰੱਖੋ। ਕਹਿਣ ਲੱਗੇ ਤੁਹਾਡਾ ਭਲਾ ਹੋਏਗਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਐਵੇਂ ਮਾੜੀਆਂ ਮੋਟੀਆਂ ਗੱਲਾਂ ਤੇ ਬੰਦਾ ਤਰਕਾਂ ਕਰ ਕਰਕੇ ਤੇ ਪੁੱਠੀਆਂ ਗੱਲਾਂ ਕਰਦਾ ਰਹਿੰਦਾ ਜੀ, ਪੁੱਠੀਆਂ ਗੱਲਾਂ ਸੋਚਦਾ ਰਹਿੰਦਾ ਜੀ। ਹਾਂਜੀ। ਮਤ ਸਰ ਕਰ ਗੁਰ ਸੋਜਨ ਕਰੀ। ਮਹਾਰਾਜ ਕਹਿੰਦੇ ਹਾਂ, ਕੁਝ ਬੰਦਿਆਂ ਨੇ ਈਰਖਾ ਦੇ ਨਾਲ ਲਿਖੀ ਹੈ ਬਾਣੀ ਜੀ। ਜਿਵੇਂ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਤੁਹਾਨੂੰ ਵੀ ਪੰਕਤੀ ਯਾਦ, ਮੈਨੂੰ ਵੀ ਯਾਦ ਹੈ ਜੀ। ਇਹ ਬਾਣੀ ਦੇ ਈਰਖਾ ਦੇ ਨਾਲ ਲਿਖੀ, ਮਿਹਰਬਾਨ ਨੇ ਲਿਖੀ ਦੀ ਹੈ ਪੰਕਤੀ ਜੀ। ਹਾਂਜੀ। ਕਹਿ ਵਿਸ਼ੇਨ ਕਹਿ ਨਰ ਕਥ ਧਰੀ। ਮਹਾਰਾਜ ਕਹਿੰਦੇ ਹੋਰ ਮਨੁੱਖਾਂ ਨੇ ਬਣਾਈ ਹੋਵੇ, ਉਹਦੇ 'ਚ ਹੋਰ ਹੋਰ ਗੱਲਾਂ ਹੋਣ, ਉਹ ਨਹੀਂ ਪੜ੍ਹਨੀਆਂ। ਕਹਿਣ ਲੱਗੇ ਹਾਂਜੀ। ਤਿਨ ਕੋ ਪੜਨ ਬਾਦ ਹੈ ਐਸੇ। ਉਹ ਤੇ ਬਾਣੀ ਤੇ ਪੜਨ ਤੇ ਜਿਹੜੀ ਤੁਸੀਂ ਮਿਹਨਤ ਕੀਤੀ ਨਾ, ਉਹ ਵਿਅਰਥ ਹੈ ਜੀ। ਹਾਂਜੀ। ਬਿਨ ਬਰਖਾ ਘਨ ਗਰਜਤ ਜੈਸੇ। ਇਸ ਤਰ੍ਹਾਂ ਵਿਅਰਥ ਹੈ ਜਿਵੇਂ ਬੱਦਲ ਗੱਜਦਾ ਹੋਵੇ ਤੇ ਮੀਂਹ ਨਾ ਪਵੇ ਜੀ। ਦੱਸੋ ਬੱਦਲ ਸਵਾਰਦਾ ਕੁਛ ਜੀ? ਨਹੀਂ। ਇਸੇ ਤਰ੍ਹਾਂ ਉਹ ਬਾਣੀ ਪੜਨ ਦਾ ਵੀ ਕੋਈ ਲਾਭ ਨਹੀਂ ਹੈਗਾ ਜਿਹਦੇ 'ਚ ਗੁਰੂ ਦੀ ਸਿਫਤ ਨਹੀਂ ਹੈਗੀ, ਜਿਹਦੇ 'ਚ ਰੱਬ ਦੀ ਸਿਫਤ ਨਹੀਂ ਹੈਗੀ, ਨਾਮ ਦੀ ਸਿਫਤ ਨਹੀਂ ਹੈਗੀ ਜੀ। ਹਾਂਜੀ। ਜਿਸ ਮਹਿ ਗੁਰ ਅਰ ਹਰ ਤਰ ਕੰਤੇ। ਹਾਂਜੀ। ਨਰਕ ਪਰਹਿ ਜੇ ਪੜ੍ਹੇ ਸੁਨੰਤੇ। ਗੱਜ ਕੇ ਆਖੋ ਵਾਹਿਗੁਰੂ। ਹੁਣ ਧਿਆਨ ਨਾਲ ਸੁਣਿਓ ਗੁਰੂ ਅਰਜਨ ਦੇਵ ਜੀ ਦਾ ਬਚਨ। ਜਿਨ੍ਹਾਂ ਗੱਲਾਂ ਵਿੱਚ, ਜਿਸ ਬਾਣੀ ਦੇ ਵਿੱਚ ਗੁਰੂ ਸਾਹਿਬ ਉੱਤੇ ਤੇ ਰੱਬ ਉੱਤੇ ਤਰਕ ਕੀਤੀ ਹੋਵੇ, ਜਿਹੜਾ ਉਸ ਬਾਣੀ ਦਾ ਪਾਠ ਕਰੇਗਾ, ਮਹਾਰਾਜ ਕਹਿੰਦੇ ਨਰਕਾਂ ਨੂੰ ਜਾਏਗਾ, ਉਹਦਾ ਭਲਾ ਨਹੀਂ ਹੋਏਗਾ ਜੀ। ਹਾਂਜੀ। ਅਰ ਕੀਨਸ ਗੁਰਦਾਸ ਜੋ ਬਾਨੀ ਗੁਰਬਾਨੀ ਕੇ ਆਸ਼ਾ ਸਾਨੀ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਤੇ ਸਿਆਣੇ ਨੇ। ਵੇਖੋ ਗੁਰੂ ਅਮਰਦਾਸ ਜੀ ਦੇ ਦਰਸ਼ਨ, ਗੁਰੂ ਰਾਮਦਾਸ ਜੀ ਦੇ ਦਰਸ਼ਨ, ਗੁਰੂ ਅਰਜਨ ਸਾਹਿਬ ਜੀ ਦੇ ਦਰਸ਼ਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ। ਭਾਈ ਗੁਰਦਾਸ ਜੀ ਤੇ ਇੱਥੋਂ ਤੱਕ ਸਿਆਣੇ ਨੇ। ਗੁਰੂ ਹਰਗੋਬਿੰਦ ਸਾਹਿਬ ਬੈਠੇ, ਗੱਲ ਧਿਆਨ ਨਾਲ ਸੁਣਿਓ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਬੈਠੇ, ਬਾਬਾ ਸੂਰਜਮਲ ਜੀ ਦੇ ਰਿਸ਼ਤੇ ਦੀ ਗੱਲ ਚੱਲੀ ਜੀ। ਉਹਨਾਂ ਦਿਨਾਂ ਵਿੱਚ ਛੋਟੇ ਛੋਟੇ ਬੱਚਿਆਂ ਦੇ ਰਿਸ਼ਤੇ ਜਿਹੜੇ ਉਹ ਤੈਅ ਕੀਤੇ ਜਾਂਦੇ ਸੀਗੇ ਜੀ। ਸਿੱਖ ਉੱਠਿਆ, ਮਹਾਰਾਜ ਮੈਂ ਬਾਬੇ ਸੂਰਜਮਲ ਜੀ ਦੇ ਨਾਲ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਚਾਹੁੰਦਾ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਨਾਲ ਗੱਲ ਕਰ ਲਓ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਅੰਦਾਜ਼ਾ ਲਾਓ ਵੀ ਆਪਣੇ ਪੁੱਤਰ ਦੇ ਵਿਆਹ ਦੀ ਗੱਲ ਭਾਈ ਗੁਰਦਾਸ ਜੀ ਨਾਲ ਕਰਨ ਨੂੰ ਕਹਿ ਰਹੇ ਆ। ਇੱਥੋਂ ਅੰਦਾਜ਼ਾ ਲਾਓ ਵੀ ਭਾਈ ਗੁਰਦਾਸ ਜੀ ਕਿੱਡੇ ਖਾਸ ਹੋਣਗੇ ਜੀ, ਕਿੱਡੇ ਸਿਆਣੇ ਹੋਣਗੇ ਜੀ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ, ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਦੀ ਜਿਹੜੀ ਬਾਣੀ ਹੈ ਤੇ ਗੁਰੂ ਦੀ ਬਾਣੀ ਦੇ ਅਨੁਸਾਰ ਹੈਗੀ ਹੈ। ਹਾਂਜੀ। ਐਸੀ ਪਠਬੇ ਗੁਰਮਤਿ ਪਾਵੈ। ਭਾਈ ਗੁਰਦਾਸ ਜੀ ਦੀ ਜਿਹੜਾ ਬਾਣੀ ਪੜ੍ਹੇਗਾ ਉਹਨੂੰ ਗੁਰੂ ਦੀ ਮੱਤ ਪ੍ਰਾਪਤ ਹੋਵੇਗੀ। ਹਾਂਜੀ। ਸਤਿਗੁਰ ਸ਼ਰਧਾ ਹਿਰਦੈ ਵਧਾਵੈ। ਤੇ ਨਾਲੇ ਉਹਦੇ ਅੰਦਰ ਗੁਰੂ ਦੀ ਸ਼ਰਧਾ ਵਸੇਗੀ। ਗੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਲਿਖਦੇ ਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤ ਗੁਰ ਕੋਟ ਪੈਂਡਾ ਆਗੇ ਹੋਏ। ਹਾਂ, ਗੱਜ ਕੇ ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਸਿੱਖਾ ਤੂੰ ਗੁਰੂ ਸਾਹਿਬ ਦੇ ਕੋਲ ਆ, ਇੱਕ ਪੈਰ ਘਰੋਂ ਤੁਰੇਗਾ, ਗੁਰੂ ਜੀ ਕਰੋੜਾਂ ਪੈਰ ਤੈਨੂੰ ਅੱਗੋਂ ਲੈਣ ਵਾਸਤੇ ਆਉਣਗੇ। ਕਹਿਣ ਲੱਗੇ ਹੁਣ ਕਿੰਨੀ ਸ਼ਰਧਾ ਵੱਧਦੀ ਜੀ। ਭਾਈ ਗੁਰਦਾਸ ਜੀ ਲਿਖਦੇ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਸਿੱਖਾ ਤੂੰ ਭਾਵਨਾ ਦੇ ਨਾਲ ਕੌਡੀ ਦਾ ਅਗਲਾ ਹਿੱਸਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਰੱਖ ਦੇ, ਗੁਰੂ ਸਾਹਿਬ ਤੈਨੂੰ ਕੁੱਲ ਦੁਨੀਆ ਦੇ ਖਜ਼ਾਨੇ ਦੇਣਗੇ। ਕਹਿਣ ਲੱਗੇ ਕੌਡੀ ਦੇਣ ਨਾਲ ਜੀ ਕਿੰਨੀ ਸ਼ਰਧਾ ਵੱਧ ਗਈ ਜੀ। ਹਾਂਜੀ।
ਸਿੱਖੀ ਕੋ ਪ੍ਰਾਪਤ ਨਰ ਹੋਏ। ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਿਆ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ, ਬੰਦੇ ਅੰਦਰ ਸਿੱਖੀ ਪੱਕੀ ਹੁੰਦੀ ਹੈ। ਹਾਂਜੀ, ਭਾਈ ਗੁਰਦਾਸ ਜੀ ਲਿਖਦੇ ਸਿੱਖ ਕੈਸਾ ਹੁੰਦਾ ਜੀ। ਹਾਂਜੀ, ਹਿਰਦੈ ਗਰੀਬੀ ਆਵੈ ਗੁਰਮੁਖ ਹਿਰਦੈ ਗਰੀਬੀ ਆਵੈ। ਹਿਰਦੈ ਗਰੀਬੀ ਆਵੈ ਗੁਰਮੁਖ ਹਿਰਦੈ ਗਰੀਬੀ ਆਵੈ। ਹਿਰਦੈ ਗਰੀਬੀ ਆਵੈ ਗੁਰਮੁਖ ਹਿਰਦੈ ਗਰੀਬੀ ਆਵੈ। ਹੁਣ ਬਾਣੀ ਦੀ ਪੰਕਤੀ ਜੀ, ਬਾਣੀ ਦੀ ਪੰਕਤੀ ਭਾਈ ਗੁਰਦਾਸ ਜੀ ਦੀ ਬਾਣੀ ਦੀ, ਗੱਜ ਕੇ ਆਖੋ ਗੁਰੂ। ਹਾਂਜੀ, ਤੇ ਭਾਈ ਗੁਰਦਾਸ ਜੀ ਲਿਖਦੇ ਆ ਵੀ ਗੁਰਮੁਖ ਦੇ ਗੁਰਮਤਿਏ ਦੇ ਹਿਰਦੇ ਵਿੱਚ ਗਰੀਬੀ ਆਉਂਦੀ ਹੈ। ਹਾਂਜੀ, ਗੁਰਮੁਖ ਪਾਠ ਨਹੀਂ, ਗੁਰਮਤ ਪਾਠ ਹੈ, ਮੈਨੂੰ ਥੋੜਾ ਜਿਹਾ ਵਿਸਰ ਗਿਆ। ਹਿਰਦੈ ਗਰੀਬੀ ਆਵੈ ਗੁਰਮਤਿ ਹਿਰਦੈ ਗਰੀਬੀ ਆਵੈ। ਭਾਈ ਗੁਰਦਾਸ ਜੀ ਲਿਖਦੇ ਹਾਂ ਤਿਸ ਘੋਲ ਘੁਮਾਇਆ। ਕਹਿੰਦੇ ਮੈਂ ਉਸ ਸਿੱਖ ਤੋਂ ਬਲਿਹਾਰ ਜਾਨਾ ਜਿਹਦੇ ਹਿਰਦੇ 'ਚ ਨਿਮਰਤਾ ਆ ਜਾਂਦੀ ਹੈ। ਫਿਰ ਕਹਿੰਦੇ ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਪਰਾਈ ਇਸਤਰੀ ਦੇ ਨੇੜੇ ਨਾ ਜਾਵੇ। ਮੈਂ ਉਹਦੇ ਤੋਂ ਬਲਿਹਾਰ ਘੁਮਾਇਆ ਜਾਨਾ। ਹਾਂ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ। ਪਰਾਏ ਦੇ ਪੈਸੇ ਨੂੰ ਹੱਥ ਹੀ ਨਾ ਲਾਵੇ, ਲਾਲਚ ਨਾ ਕਰੇ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਸ ਸਿੱਖ ਤੋਂ ਵਾਰੀ ਬਲਿਹਾਰੀ ਜਾਨਾ। ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਨਿੰਦਿਆ ਹੋ ਰਹੀ ਹੋਵੇ ਉੱਠ ਕੇ ਚੱਲ ਜੇ, ਕਹਿੰਦੇ ਮੈਂ ਉਹਦੇ ਤੋਂ ਵੀ ਵਾਰੀ ਬਲਿਹਾਰੀ ਜਾਨਾ। ਹਾਂ ਤਿਸ ਘੋਲ ਘੁਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ। ਜਿਹੜਾ ਗੁਰੂ ਦਾ ਉਪਦੇਸ਼ ਕਮਾਵੇ ਮੈਂ ਉਹਦੇ ਤੋਂ ਵੀ ਵਾਰੀ ਬਲਿਹਾਰੀ ਜਾਨਾ ਹਾਂ। ਹਾਂ ਤਿਸ ਘੋਲ ਘੁਮਾਇਆ ਥੋੜਾ ਸਮਾਂ ਥੋੜਾ ਹੀ ਖਾਵੇ। ਥੋੜਾ ਸੋਵੇ ਤੇ ਥੋੜਾ ਖਾਵੇ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਵੀ ਆਪਾ ਵਾਰਨ ਨੂੰ ਤਿਆਰ ਹੈਗਾ। ਤੇ ਗੁਰਮੁਖ ਸੋਈ ਸਹਿਜ ਸਮਾਵੇ। ਇਹੋ ਜਿਹਾ ਗੁਰਮੁਖ ਨਾਮ 'ਚ ਸਮਾ ਜਾਂਦਾ। ਗੱਜ ਕੇ ਆਖੋ ਵਾਹਿਗੁਰੂ। ਹੁਣ ਭਾਈ ਗੁਰਦਾਸ ਜੀ ਦੀਆਂ ਕਿੰਨੀਆਂ ਸੋਹਣੀਆਂ ਰਚਨਾਵਾਂ ਨੇ ਜੀ, ਗੱਜ ਕੇ ਆਖੋ ਵਾਹਿਗੁਰੂ। ਤੇ ਫਿਰ ਕਹਿੰਦੇ ਆ ਭਾਈ ਗੁਰਦਾਸ ਜੀ ਹਉ ਸਦਕੇ ਤਿੰਨਾ ਗੁਰ ਸਿੱਖਾਂ ਸਤਿਗੁਰ ਨੋ ਮਿਲ ਆਪ ਗਵਾਇਆ। ਕਹਿੰਦੇ ਮੈਂ ਉਸ ਸਿੱਖ ਤੋਂ ਬਲਿਹਾਰ ਜਾਨਾ ਜਿਹਨੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਜੀ, ਹਉਮੈ ਦੂਰ ਕਰ ਲਈ ਜੀ। ਹਉ ਸਦਕੇ ਤਿੰਨਾ ਗੁਰ ਸਿੱਖਾਂ ਕਰਨ ਉਦਾਸੀ ਅੰਦਰ ਮਾਇਆ। ਪੈਸੇ ਤੇ ਬਹੁਤ ਹੋਣ ਪਰ ਮੋਹ ਨਾ ਰੱਖਣ। ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਵੀ ਬਲਿਹਾਰ ਜਾਨਾ ਹਾਂ। ਹਉ ਸਦਕੇ ਤਿੰਨਾ ਗੁਰ ਸਿੱਖਾਂ ਗੁਰਮਿਤ ਗੁਰ ਚਰਣੀ ਚਿਤ ਲਾਇਆ। ਹਉ ਸਦਕੇ ਤਿੰਨਾ ਗੁਰ ਸਿੱਖਾਂ ਗੁਰ ਸਿੱਖਾਂ ਦੇ ਗੁਰ ਸਿੱਖ ਮਿਲਾਇਆ। ਗੱਜ ਕੇ ਆਖੋ ਵਾਹਿਗੁਰੂ। ਹਉ ਸਦਕੇ ਤਿੰਨਾ ਗੁਰ ਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ। ਹਉ ਸਦਕੇ ਤਿੰਨਾ ਗੁਰ ਸਿੱਖਾਂ ਆਸਾਂ ਵਿੱਚ ਨਿਰਾਸ ਵਿਲਾਇਆ। ਆਸਾਂ ਵਿੱਚ
ਨਿਰਾਸ ਬੁਲਾਇਆ, ਸਤਿਗੁਰ ਦਾ ਉਪਦੇਸ਼ ਦ੍ਰਿੜਾਇਆ। ਗੱਜ ਕੇ ਆਖੋ ਵਾਹਿਗੁਰੂ। ਕਹਿੰਦੇ ਜਿਹਨੇ ਗੁਰੂ ਦਾ ਉਪਦੇਸ਼ ਦ੍ਰਿੜ ਕੀਤਾ, ਮੈਂ ਉਹਦੇ ਤੋਂ ਸਦਕੇ ਜਾਣਾ, ਸਦਕੇ ਜਾਣਾ। ਬੜੀ ਸਿਫਤ ਕੀਤੀ ਜੀ ਭਾਈ ਗੁਰਦਾਸ ਜੀ ਨੇ ਗੁਰਸਿੱਖਾਂ ਦੀ। ਸੋ ਮਹਾਰਾਜ ਕਹਿੰਦੇ ਜਿਹੜਾ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦਾ ਨਾ, ਉਹਦੇ ਅੰਦਰ ਸਿੱਖੀ ਆਉਂਦੀ ਹੈ। ਹਿਰਦੈ ਗਰੀਬੀ ਆਵੇ, ਗੁਰਮਤਿ ਹਿਰਦੈ ਗਰੀਬੀ ਆਵੇ। ਹਿਰਦੈ ਗਰੀਬੀ ਆਵੇ, ਗੁਰਮਤਿ ਹਿਰਦੈ ਗਰੀਬੀ ਆਵੇ। ਗਰੀਬੀ ਆਵੇ, ਨਿਮਰਤਾ ਆਵੇ। ਕਹਿੰਦੇ ਮੈਂ ਕੁਰਬਾਨ ਜਾਣਾ ਉਹਦੇ ਤੋਂ। ਸੋ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆ, ਸਿੱਖੀ ਕੋ ਪ੍ਰਾਪਤ ਨਰ ਹੋਏ, ਹਰ ਗੁਰ ਜਸ ਤਰਕ ਹੈ ਨਹਿ ਕੋਏ। ਕਹਿੰਦੇ ਭਾਈ ਗੁਰਦਾਸ ਜੀ ਦੀ ਬਾਣੀ ਪੜਨ ਵਾਲਾ ਸਿੱਖ ਬਣਦਾ, ਕਿਉਂ? ਉਹਦੇ ਚ ਰੱਬ ਦੀ, ਗੁਰੂ ਦੀ ਸਿਫਤ ਕੀਤੀ, ਤਰਕ ਨਹੀਂ ਕੀਤੀ। ਹਾਂਜੀ, ਰੁਚ ਸੋ ਪੜ੍ਹੋ ਸੁਨਹੁ ਸੁਖ ਪਵਹੁ। ਹਾਂ ਮਹਾਰਾਜ ਆਖੋ ਵਾਹਿਗੁਰੂ ਵਾਹਿਗੁਰੂ। ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਗੁਰਦਾਸ ਦੀ ਬਾਣੀ ਰੁਚੀ ਨਾਲ ਪੜਿਆ ਕਰੋ, ਸਗੋਂ ਸੁਖ ਪਾਓਗੇ, ਕਹਿਣ ਲੱਗੇ। ਹਾਂਜੀ, ਗੁਰ ਕੀ ਪ੍ਰਭ ਕੀ ਕਥਾ ਸੁਨਾਵਹੁ। ਤੇ ਨਾਲੇ ਉਹਦੇ ਵਿੱਚ ਗੁਰੂ ਦੀ ਕਥਾ ਹੈ। ਆ ਜਿਹੜਾ ਅਸੀਂ ਸ਼ਬਦ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋ। ਹਾਏ ਭਾਈ ਗੁਰਦਾਸ ਜੀ ਨੇ ਤੇ ਲਿਖਿਆ ਹੈ ਜੀ। ਕਹਿੰਦੇ ਨਾਲੇ ਉਹਦੇ ਚ ਗੁਰੂ ਦੀ ਕਥਾ, ਰੱਬ ਦੀ ਕਥਾ ਹੈਗੀ ਹੈ। ਹਾਂਜੀ, ਸ਼੍ਰੀ ਅਰਜਨ ਤੇ ਸੁਨ ਸਭ ਮਾਨੀ। ਐਸੀ ਬਾਣੀ ਮਹਾਰਾਜ ਜੀ ਦੇ ਮੁਖੋਂ ਸੁਣ ਕੇ ਸਾਰਿਆਂ ਨੇ ਇਹ ਗੱਲ ਮੰਨੀ ਵੀ ਭਾਈ ਗੁਰਦਾਸ ਜੀ ਦੀ ਬਾਣੀ ਬਿਲਕੁਲ ਠੀਕ ਹੈਗੀ ਹੈ। ਹਾਂਜੀ, ਪਠਨ ਲੱਗੇ ਗੁਰ ਕ੍ਰਿਤ ਮਹਾਨੀ। ਤੇ ਗੁਰੂ ਜੀ ਦੀ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ ਸਿੱਖ ਪ੍ਰੇਮ ਨਾਲ ਪੜਨ ਲੱਗੇ ਜੀ। ਹਾਂਜੀ, ਅਨੰਦ ਮੁਰਾਰੀ ਸੁਮਤ ਮਹਾਨੀ। ਹਾਂਜੀ। ਮਹਾਪੁਰਖ ਸਿੱਖ ਆਤਮ ਗਿਆਨੀ। ਸੋ ਇਸ ਤੋਂ ਅੱਗੇ ਅਨੰਦ ਮੁਰਾਰੀ ਜੀ ਗੁਰੂ ਸਾਹਿਬ ਦੇ ਮਹਾਨ ਸਿੱਖ, ਉਹਨਾਂ ਦੀ ਕਥਾ ਤੁਰ ਪੈਂਦੀ ਹੈ। ਸੰਗਤ ਜੀ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਹੁਣ 2 ਮਿੰਟ ਰਹਿ ਗਏ ਆ, ਸਮਾਂ ਵੈਸੇ ਅੱਜ ਵੱਧ ਹੋ ਗਿਆ, ਪਰ ਗੁਰਮੰਤਰ ਦਾ ਜਾਪ ਕਰਕੇ ਫਿਰ ਆਪਾਂ ਖਿਮਾ ਮੰਗਾਂਗੇ। ਸਾਰੀ ਸੰਗਤ ਜਪੋ ਜੀ, ਵਾਹਿਗੁਰੂ 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 ਵਾਹਿਗੁਰੂ। ਪ੍ਰੇਮ ਨਾਲ ਵਾਹਿਗੁਰੂ 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 ਵਾਹਿਗੁਰੂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਸਮੂਹ ਸੰਗਤ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸੰਗਤ।